ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਹੈ ਔਰ ਅਗਰ ਅਸੀਂ ਕਹਿੰਦੇ ਹਾਂ ਕਿ ਅਸੀਂ ਪੰਥਕ ਹਾਂ ਤਾਂ ਸਾਡੇ ਗੁਰੂਆਂ ਦਾ ਉਪਦੇਸ਼ ਹੈ, 4 ਵਰਨਾ ਕੋ ਉਪਦੇਸ਼, ਹਿੰਦੂ ਸਿੱਖ ਏਕਤਾ ਦੀ ਸਾਡੇ ਗੁਰੂ ਗੱਲ ਕਰਦੇ ਰਹੇ ਤੇ ਤੁਸੀਂ ਅੱਜ ਇਹ ਗੱਲ ਨੂੰ ਕਹਿੰਦੇ ਹੋ ਕਿ ਇੱਕ ਸ਼ਰਮਾ ਤੁਹਾਡਾ ਪੋਲੀਟੀਕਲ ਪਾਰਟੀ ਦਾ ਮੋਹਾਲੀ ਦਾ ਇੰਚਾਰਜ ਹੈ। ਤੁਸੀਂ ਤਾਂ ਫਿਰ ਗੁਰੂ ਦੀ ਸਿੱਖਿਆ ਦੇ ਵੀ ਉਲਟ ਗੱਲ ਕਰ ਰਹੇ ਹੋ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੁਕਤਾਚੀਨੀ ਕਰਨ ਵਾਲੇ ਕੁਝ ਐਸੇ ਚਿਹਰੇ ਜੋ ਖੁਦ ਆਪਣੀਆਂ, ਮੈਂ ਅੱਜ ਕਿਸੇ ਦਾ ਪਰਸਨਲ ਟਿੱਪਣੀ ਨਹੀਂ ਕਰਨਾ ਚਾਹੁੰਦਾ ਚੈਨਲ ਦੇ ਉੱਤੇ, ਔਰ ਅਮਰਿੰਦਰ ਜੀ ਬਖੂਬੀ ਜਾਣਦੇ ਨੇ ਕਿ ਅੱਜ ਕੱਲ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡੇ ਟਰਸਟ ਦਾ ਰੌਲਾ ਪੈ ਰਿਹਾ ਜਿਹਦੇ ਤੇ ਇੱਕ ਸਿਆਸੀ ਪਰਿਵਾਰ ਕਾਬਜ ਹੈ ਜੋ ਕਿ ਸਿੱਧੇ ਤੌਰ ਤੇ ਉੱਥੇ ਟਰਸਟ ਦੇ ਮੈਂਬਰ ਨੇ ਔਰ ਅੰਮ੍ਰਿਤਧਾਰੀ ਵੀ ਨਹੀਂ, ਜੋ ਉੱਥੇ ਦਾ ਸੰਵਿਧਾਨ ਹੈ। ਜਿਹੜੀ ਡਾਕਟਰ ਸੋਤਾ ਨੇ ਗੱਲ ਕਹੀ ਹੈ ਕਿ ਗੁਰੂ ਦੀਆਂ ਗੋਲਕਾਂ ਕਿਉਂ ਲੁੱਟੀਆਂ ਜਾ ਰਹੀਆਂ, ਦਿੱਲੀ ਦੇ 2 ਪ੍ਰਧਾਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਲੈ ਕੇ ਵੱਖਰੇ ਤੌਰ ਤੇ FIR ਇੱਕ ਦੇ ਖਿਲਾਫ ਹੁੰਦੀ ਹੈ ਤਾਂ ਕਲੇਰ ਜੀ ਦੂਜਾ ਜਿਹੜਾ ਮੀਡੀਆ 'ਚ ਜਾ ਕੇ ਬੋਲਦਾ ਹੈ, ਦੂਜੇ ਦੇ ਖਿਲਾਫ ਹੁੰਦੀ ਹੈ ਤਾਂ ਪਹਿਲਾ ਮੀਡੀਆ 'ਚ ਜਾ ਕੇ ਬੋਲਦਾ ਹੈ। ਕੌਣ ਦੁੱਧ ਧੋਤੇ ਇਹਦਾ ਫੈਸਲਾ ਕੌਣ ਕਰੇਗਾ? ਢਾਹ ਇਹ ਖੁਦ ਲਾ ਰਹੇ ਆ। ਮੈਂ ਤਾਂ ਕਹਿ ਰਿਹਾ ਕਿ NK ਸ਼ਰਮਾ ਨੂੰ ਇੰਚਾਰਜ ਬਣਾਇਆ GPC ਇਲੈਕਸ਼ਨ ਦਾ, ਤੇ ਢਾਹ ਕੌਣ ਲਾ ਰਿਹਾ? ਬਿਲਕੁਲ ਗਲਤ। ਜਦੋਂ ਮੈਂ ਇਸ ਗੱਲ ਨੂੰ ਸਿਰੇ ਤੋਂ ਖੰਡਨ ਕਰਦਾ ਜੀ ਕਿ ਤੁਸੀਂ ਕਰ ਲਓ ਖੰਡਨ, ਪਰ ਮੈਂ ਇਸ ਨੂੰ ਦੁਬਾਰਾ ਰਿਪੀਟ ਕਰ ਰਿਹਾ ਕਮੇਟੀ ਨਾਲ ਦੂਰ ਦਾ ਲੈਣਾ ਦੇਣਾ ਨਹੀਂ, ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ। ਤੇ ਜਿਸ ਤਰੀਕੇ ਦੇ ਨਾਲ ਅੰਨ੍ਹੇਵਾਹ ਸਕੂਲ ਖੋਲੇ ਗਏ ਤੇ ਵਿਮਸ ਐਂਡ ਫੈਂਸੀਜ਼ ਤੇ ਸਕੂਲ ਖੋਲੇ ਗਏ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ MLA ਦੇ ਕਹੇ ਤੋਂ ਕਿ ਮੇਰੇ ਹਲਕੇ ਦੇ ਵਿੱਚ ਨਹੀਂ ਆ, ਫਿਰ ਉਸ ਤੋਂ ਇਲਾਵਾ ਉਹਨਾਂ ਦੀ ਬਿਲਡਿੰਗ ਦੇ ਠੇਕੇ ਦਿੱਤੇ ਗਏ, ਬਿਲਡਿੰਗਾਂ ਨੂੰ ਕੰਸਟਰਕਟ ਕਰਨ ਲਈ ਜਿਹੜੇ ਠੇਕੇ ਦਿੱਤੇ ਗਏ ਉਹਦੇ ਵਿੱਚ ਜਿਹੜੇ ਕਫਲੇ ਕੀਤੇ ਗਏ ਉਹ ਸਭ ਦੇ ਸਾਹਮਣੇ ਆ। ਸਿਆਸਤ ਦੀਆਂ ਕੀਤੀਆਂ ਗਲਤੀਆਂ ਸਿਆਸਤ ਨਾਲ ਠੀਕ ਨਹੀਂ ਹੋ ਸਕਦੀਆਂ। ਜਿਹੜੇ ਇਸ ਵੇਲੇ ਕਾਬਜ ਨੇ ਉਸ ਸਿੱਖੀ ਦੀ ਜਿਹੜਾ ਹੈਗਾ ਸੰਸਥਾ ਦੇ ਉੱਪਰ, ਉਹ ਦੇਖਣ ਨੂੰ ਬਾਹਰੀ ਦਿੱਖ ਤੋਂ ਸਿੱਖ ਨੇ ਲੇਕਿਨ ਅੰਦਰੋਂ ਨਹੀਂ। ਉੱਥੋਂ ਦੇ ਪ੍ਰਿੰਸੀਪਲਸ ਨੇ ਦੁਹਾਈਆਂ ਪਾਈਆਂ ਕਿ ਮਤ ਬਣਾਓ ਸਾਡਾ ਕਾਲਜ ਬੰਦ ਹੋ ਜਾਣਾ, ਪਰ ਕਿਉਂਕਿ ਕਿਸੇ ਦੇ ਇੰਪ੍ਰੈਸ਼ਨ ਨੀਚੇ ਉੱਥੇ ਕਈ ਕਰੋੜ ਰੁਪਇਆ ਲਾ ਕੇ, ਕਿਉਂਕਿ ਗੁਰੂ ਦੀ ਗੋਲਕ ਦਾ ਪੈਸਾ ਹੈਗਾ ਲੁੱਟਦਾ, ਇਹ ਕਾਰਨ ਇੱਕ ਗੁਰਦੁਆਰਾ ਸੁਧਾਰ ਲਹਿਰ ਨੰਬਰ 2 ਦੀ ਜ਼ਰੂਰਤ ਹੈਗੀ ਹੈ। ਜਿਸ ਟਾਈਮ ਤੇ ਗੁਰਦੁਆਰਾ ਸੁਧਾਰ ਲਹਿਰ ਆਈ ਸੀ, ਜੋ ਸਾਡਾ ਇਤਿਹਾਸ ਗਵਾਹ ਹੈ, ਇਸ ਵੇਲੇ ਇੰਨਾ ਨਿਗਾਰ ਆ ਚੁੱਕਿਆ ਹੈ। ਜਿੱਥੋਂ ਤੱਕ ਇੰਸਟੀਟਿਊਸ਼ਨ ਦਾ ਸਵਾਲ ਹੈ, ਵਿਦਆਊਟ ਕਿੰਨੇ ਇੰਸਟੀਟਿਊਸ਼ਨ ਸਿੱਧੂ ਸਾਹਿਬ ਬਣਾਏ ਗਏ ਨੇ ਕਿ ਇਹ ਆਪਣੀ ਪਾਰਟੀ ਨੂੰ ਕਹਿਣ ਤੇ SGPC ਨੂੰ ਕਹਿਣ ਕਿ ਉਹ ਮੰਗ ਕਰੇ ਕਿ ਚੋਣਾਂ ਕਰਾਵੇ ਸਰਕਾਰ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਦਿਹਾੜਾ ਸਭਨਾਂ ਦੇ ਲਈ ਮਾਣ ਮੱਤਾ ਅਤੇ ਇੱਕ ਬਹੁਤ ਹੀ ਭਰੋਸੇਯੋਗਤਾ ਵਾਲਾ ਮੌਕਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਮੀ ਜਦੋਜਹਿਦ ਤੇ ਕੁਰਬਾਨੀਆਂ ਦੇ ਬਾਅਦ ਹੋਂਦ 'ਚ ਆਈ ਸੰਸਥਾ, ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ। ਸੰਸਥਾ ਦਾ ਜਦੋਂ 100 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਜਦੋਂ ਆਪਾਂ ਚਰਚਾ ਕਰ ਰਹੇ ਹਾਂ ਤਾਂ ਉਸ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਜਦੋਂ ਸਮਾਗਮ ਚੱਲ ਰਹੇ ਹੈ ਤਾਂ ਵੱਖ-ਵੱਖ ਜਿਹੜੇ ਹੈਗੇ ਆ ਜਥੇਦਾਰ ਸਾਹਿਬਾਨ, ਨਿਹੰਗ ਸਿੰਘ ਜਥੇਬੰਦੀਆਂ, ਇਸੇ ਤਰੀਕੇ ਨਾਲ ਹੋਰ ਧਾਰਮਿਕ ਜਿਹੜੀਆਂ ਹਸਤੀਆਂ ਉੱਥੇ ਬੈਠੀਆਂ, ਉਸ ਮੌਕੇ ਤੇ ਜਿਹੜਾ ਸੰਬੋਧਨ ਕੀਤਾ ਗਿਆ, ਮੈਂ ਦਰਸ਼ਕਾਂ ਦੇ ਧਿਆਨ 'ਚ ਜ਼ਰੂਰ ਲਿਆਉਣਾ ਚਾਹੁੰਦਾ ਹਾਂ। ਹੋਰਾਂ ਮੁੱਦਿਆਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਦੋਵਾਂ ਨੇ ਇਹ ਗੱਲ ਕਹੀ ਹੈ ਕਿ ਅਜੇ ਵੀ ਕੁਝ ਅਜਿਹੇ ਲੋਕ ਹੈ ਜਿਹੜੇ ਸਰਕਾਰਾਂ ਦੇ ਬਲਬੂਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਸਟਮ ਦੇ ਪ੍ਰਬੰਧ ਤੇ ਕਾਬਜ਼ ਹੋਣਾ ਚਾਹੁੰਦੇ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਇਤਿਹਾਸਿਕ ਦੇ ਮਾਣਮੱਤ ਮੌਕੇ ਦੇ ਉੱਤੇ ਆਖਰ ਚੋਣਾਂ ਦਾ ਪਰਛਾਵਾਂ ਕਿਉਂ ਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਤੇ ਚਰਚਾ ਜਿਹੜੇ ਖਾਸ ਮਹਿਮਾਨ ਇਸ ਵੇਲੇ ਜੁੜੇ ਹੋਏ ਹੈ। ਅਰਸ਼ਦੀਪ ਸਿੰਘ ਕਲੇਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੈ। ਅਮਰਿੰਦਰ ਸਿੰਘ ਜੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਬੁਲਾਰੇ ਹੈ। ਇਸੇ ਤਰੀਕੇ ਨਾਲ ਡਾਕਟਰ ਮਦਨ ਜੀ ਸੋਹਤਾ ਸਿੱਖ ਵਿਦਵਾਨ ਹੈ। ਮੈਂ ਆਪਣੇ ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਜਿਹੜੇ ਸਾਡੀ ਬੇਨਤੀ ਪ੍ਰਵਾਨ ਕਰਕੇ ਇਸ ਮੁੱਦੇ ਤੇ ਚਰਚਾ 'ਚ ਸ਼ਾਮਲ ਹੋਏ ਹੈ। ਕਲੇਰ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ, ਆਪਾਂ ਹੋਰ ਇਸ਼ੂਜ਼ ਤੇ ਵੀ ਗੱਲ ਕਰਾਂਗੇ। ਜਦੋਂ ਐਡਾ ਵੱਡਾ ਮਹੱਤਵ ਇਸ ਮੌਕੇ ਨੂੰ ਮਨਾਇਆ ਜਾ ਰਿਹਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਭਾਈ ਲੌਂਗੋਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦੋਨਾਂ ਨੇ ਆਪਣੇ ਆਪਣੇ ਅੰਦਾਜ਼ 'ਤੇ ਗੱਲ ਕਿਉਂ ਕਹੀ ਹੈ
ਕਿ ਕੁਝ ਸਰਕਾਰਾਂ ਜਿਹੜੀਆਂ ਹੈਗੀਆਂ ਕੁਝ ਵਿਅਕਤੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਹੋਣ ਦੇ ਲਈ ਥਾਪੜਾ ਦੇ ਰਹੀਆਂ। ਜਦੋਂ ਐਡਾ ਵੱਡਾ ਸਾਡਾ ਸ਼ਾਨਾ ਮਤਾ ਇਤਿਹਾਸ ਹੈ ਤਾਂ ਇਸ ਮੌਕੇ ਤੇ ਖਦਸ਼ਾ ਕਿਉਂ ਪ੍ਰਗਟ ਕੀਤਾ ਗਿਆ? ਕਲੀਅਰ ਜੀ। ਜਗਤਾਰ ਜੀ, ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਕੋ ਪੈਨਲਿਸਟ ਹੈ ਤੇ ਤੁਸੀਂ ਹੋ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਤਾਬਦੀ ਸਮਾਰੋਹ ਦੀਆਂ ਸਾਰਿਆਂ ਨੂੰ ਵਧਾਈਆਂ। ਹਰ ਇੱਕ ਸਿੱਖ ਨੂੰ ਵਧਾਈਆਂ, ਨਾਨਕ ਨਾਮ ਲੈਵਾ ਸੰਗਤ ਨੂੰ ਵਧਾਈਆਂ ਤੇ ਸਾਰੇ ਜਗਤ ਨੂੰ ਵਧਾਈਆਂ, ਕਿਉਂਕਿ ਸਿੱਖ ਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ। ਸੋ ਸਾਰਿਆਂ ਨੂੰ ਇਹਦੀਆਂ ਵਧਾਈਆਂ। ਮਿਹਰਬਾਨੀ ਕਲੀਅਰ ਸਾਹਿਬ, ਤੁਹਾਨੂੰ ਵੀ ਸਾਰਿਆਂ ਸਮੇਤ ਮੁਬਾਰਕਬਾਦ। ਥੈਂਕ ਯੂ ਜੀ। ਸਭ ਤੋਂ ਵੱਡੀ ਗੱਲ ਜੋ ਜਗਤਾਰ ਜੀ ਅੱਜ ਇਹ ਹੈਗੀ ਹੈ ਕਿ ਇਹ ਐਡੀ ਵੱਡੀ ਸੰਸਥਾ ਜਿਹਦਾ ਸ਼ਤਾਬਦੀ ਸਮਾਰੋਹ ਹੈਗਾ, ਇਹ ਪਹਿਲੀ ਆਪਦੇ ਆਪ ਚ ਇਹੀ ਜੀ ਸੰਸਥਾ ਹੈਗੀ। ਕਿਸੇ ਵੀ ਧਰਮ ਅੰਦਰ ਕੋਈ ਐਸੀ ਸੰਸਥਾ ਨਹੀਂ ਹੈਗੀ ਜਿਸ ਚ ਚੁਣੇ ਹੋਏ ਨੁਮਾਇੰਦਿਆਂ ਦੀ ਇੱਕ ਕਨਸਟੀਟਿਊਸ਼ਨਲ ਸੰਵਿਧਾਨਕ ਬਾਡੀ ਹੈ ਔਰ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਔਰ ਹੋਰ ਸਾਰੀ ਸਾਂਭ ਸੰਭਾਲ ਦਾ ਕੰਮ ਕਰਦੀ ਹੈ। ਔਰ ਦੂਜੇ ਪਾਸੇ ਮੈਂ ਇਹ ਵੀ ਵਧਾਈ ਦੇਣੀ ਚਾਹੁੰਦਾ ਹਰ ਉਸ ਸਿੱਖ ਨੂੰ, ਹਰ ਉਸ ਨੁਮਾਇੰਦੇ ਨੂੰ ਜਿਹਨੇ ਕਿਸੇ ਵੀ ਕਿਸਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕੀਤੀ। ਅੱਜ ਜਿੱਥੇ ਤੱਕ ਇਹ ਸੰਸਥਾ ਪਹੁੰਚੀ ਹੈ, ਜਿਨ੍ਹਾਂ ਨੇ ਵੀ ਉਹਦੇ 'ਚ ਯੋਗਦਾਨ ਪਾਇਆ, ਉਹ ਸਾਰੇ ਵਧਾਈ ਦੇ ਪਾਤਰ ਨੇ। ਔਰ ਜਦੋਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆ, ਆਪਾਂ ਇਹ ਰੂਟੀਨ ਦੇ ਵਿੱਚ ਦੇਖ ਰਹੇ ਹਾਂ, ਸਾਰੇ ਇਸ ਗੱਲ ਨਾਲ ਸਹਿਮਤ ਹੈ ਕਿ ਉਹਦੇ ਜਿਹੜੇ ਕੀਤੇ ਹੋਏ ਕੰਮ ਨੇ ਉਹਨਾਂ ਦੀ ਸ਼ਲਾਘਾ ਘੱਟ ਕਰੀ ਜਾਂਦੀ ਹੈ। ਉਹਦੀ ਜਿਹੜੀਆਂ ਤਰੁੱਟੀਆਂ ਨੇ, ਜਿਹੜੀ ਕੋਈ ਖਾਮੀਆਂ ਰਹਿ ਜਾਂਦੀਆਂ ਕਿਸੇ ਵੀ ਸੰਸਥਾ ਦੇ ਵਿੱਚ, ਉਹਨਾਂ ਨੂੰ ਜ਼ਿਆਦਾ ਉਭਾਰ ਕੇ ਪੇਸ਼ ਕੀਤਾ ਜਾਂਦਾ। ਜਦ ਕਿ ਇਹ ਦੇਖਣਯੋਗ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਦਾ ਪ੍ਰਚਾਰ ਪ੍ਰਸਾਰ ਤੋਂ ਬਿਨਾਂ, ਚਾਹੇ ਫਿਰ ਉਹ ਸਿੱਖਿਆ ਦਾ ਖੇਤਰ ਹੋਵੇ, ਚਾਹੇ ਉਹ ਹਸਪਤਾਲਾਂ ਦਾ ਜਾਂ ਮੈਡੀਕਲ ਜਿਹੜੀ ਕੋਈ ਸੇਵਾਵਾਂ ਨੇ ਉਹਨਾਂ ਦਾ ਖੇਤਰ ਹੋਵੇ, ਚਾਹੇ ਫਿਰ ਜਿਹੜੇ ਸਾਡੇ ਬੱਚਿਆਂ ਨੂੰ ਪ੍ਰਮੋਟ ਕਰਨਾ ਕਿਸੇ ਵੀ ਤਰੀਕੇ ਉਹਨਾਂ ਨੂੰ ਵਜ਼ੀਫੇ ਦੇਣਾ, ਚਾਹੇ ਉਹਦਾ ਖੇਤਰ ਹੋਵੇ, ਚਾਹੇ ਕੋਈ ਵੀ ਸੋਸ਼ਲ ਵਰਕ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਹਰੇ ਹੋ ਕੇ ਆਪਣਾ ਫਰਜ਼ ਨਿਭਾਇਆ, ਲੋਕਾਂ ਦੀ ਸੇਵਾ ਕੀਤੀ ਹੈ। ਔਰ ਦੁਨੀਆ 'ਚ ਕਿਤੇ ਵੀ ਕੋਈ ਸੰਕਟ ਪਿਆ, ਪੰਜਾਬ ਤੋਂ ਬਾਹਰ ਵੀ, ਦੇਸ਼ ਤੋਂ ਬਾਹਰ ਵੀ, ਅਗਰ ਕਿਤੇ ਕੋਈ ਸੁਨਾਮੀ ਆਈ ਹੈ ਕਿਤੇ ਵੀ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਪਹਿਲਾਂ ਉੱਥੇ ਪਹੁੰਚੀ ਹੈ ਔਰ ਲੋਕਾਂ ਦੀ ਮਨੁੱਖਤਾ ਦੀ ਸੇਵਾ ਕੀਤੀ ਹੈ। ਔਰ ਕੋਵਿਡ ਦੇ ਦੌਰਾਨ ਵੀ ਇਹ ਚੱਲਦਾ ਰਿਹਾ। ਸੋ ਅੱਜ ਸਮਾਗਮਾਂ ਦੇ ਵਿੱਚ ਜਿਸ ਗੱਲ ਦਾ ਤੁਸੀਂ ਜ਼ਿਕਰ ਕਰਦੇ ਆ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਾਗਮ ਚੱਲਦੇ ਸੀ, ਉੱਥੇ ਇਸ ਗੱਲ ਦਾ ਜ਼ਿਕਰ ਵੀ ਬਿਲਕੁਲ ਬਾਖੂਬੀ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਐਡੀ ਵੱਡੀ ਸੰਸਥਾ ਨੂੰ ਵੀ ਇਹ ਸਿੱਖਾਂ ਨੂੰ ਇੱਕ ਸੰਦੇਸ਼ ਜਾਣਾ ਚਾਹੀਦਾ ਕਿ ਤੁਸੀਂ ਇਕੱਠੇ ਹੋ, ਸਿੱਖ ਇਹਨੂੰ ਮਜ਼ਬੂਤ ਕਰਨ ਲਈ ਇਕੱਠੇ ਹੋ, ਕਿਉਂਕਿ ਇਹ ਇੱਕੋ ਇੱਕ ਐਸੀ ਚੁਣੀ ਹੋਈ ਸੰਸਥਾ ਔਰ ਸਰਕਾਰਾਂ ਸਮੇਂ-ਸਮੇਂ ਤੇ ਇਹਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਸੋ ਸਾਰੇ ਸਿੱਖਾਂ ਨੂੰ, ਸਾਰੇ ਨਾਨਕ ਨਾਮ ਲੈਵਾ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਇਹ ਜਿਹੇ ਤਾਕਤਾਂ ਤੋਂ ਕਿ ਜਿਹੜੀ ਇੰਨੀ ਪੁਰਾਣੀ, ਇੰਨੀ ਮਜ਼ਬੂਤ ਤੇ ਇੰਨੀ ਪਵਿੱਤਰ ਸੰਸਥਾ ਚੁਣੀ ਹੋਈ ਹੈਗੀ ਹੈ, ਉਹਨੂੰ ਆਪਾਂ ਅੱਗੇ ਵਧਾਈਏ। ਅਗਰ ਉਹਦੇ 'ਚ ਕੋਈ ਕਮੀ ਲੱਗਦੀ ਹੈ ਤਾਂ ਉਹਨੂੰ ਦੂਰ ਕਰਨ 'ਚ ਯੋਗਦਾਨ ਪਾਈਏ, ਉਹਦੇ ਨਾਲ ਸਾਜ਼ਿਸ਼ਾਂ ਕਰਕੇ ਉਹਨੂੰ ਖਤਮ ਨਾ ਕਰੀਏ। ਜੀ ਕਲੀਅਰ ਜੀ, ਤੁਸੀਂ ਕਮੈਂਟਸ ਕੀਤੇ ਆ, ਬਹੁਤ ਸਵਾਲ ਜਿਹੜੇ ਹੈਗੇ ਆ ਆਪਣੇ ਤਰੀਕੇ ਨਾਲ ਤੁਸੀਂ ਉਠਾਇਆ ਨਾ ਮੁੱਦੇ ਤੇ। ਮੈਂ ਤੁਹਾਡੇ ਵੱਲ ਵਾਪਸ ਵੀ ਆ ਰਿਹਾ। ਮੈਂ ਹੁਣ ਅਮਰਿੰਦਰ ਜੀ ਤੇ ਇਸ ਮੁੱਦੇ ਤੇ ਸਵਾਲ ਲੈਣਾ ਚਾਹੁੰਦਾ। ਅਮਰਿੰਦਰ ਜੀ, ਜਿੱਦਾਂ ਕਲੀਅਰ ਜੀ ਨੇ ਕਿਹਾ ਕਿ 100 ਸਾਲਾ ਇਤਿਹਾਸ ਬਹੁਤ ਮਾਣਮੱਤਾ, ਇੱਕ ਲੰਬਾ ਇਤਿਹਾਸ, ਸ਼੍ਰੋਮਣੀ ਕਮੇਟੀ ਦੀ ਕੰਟਰੀਬਿਊਸ਼ਨ ਉਹਨਾਂ ਨੇ ਜ਼ਿਕਰ ਕੀਤਾ ਹੈ, ਪਰ ਉਹਨਾਂ ਨੇ ਇਹ ਸਵਾਲ ਦਾ ਜਵਾਬ ਵੀ ਦਿੱਤਾ ਹੈ ਕਿ ਕਿਉਂ ਜਿਹੜਾ ਹੈਗਾ ਇਸ ਮੌਕੇ ਦੇ ਉੱਤੇ, ਚਾਹੇ ਅਕਾਲੀ ਦਲ ਦਾ ਪ੍ਰਧਾਨ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਦੇ ਪ੍ਰਧਾਨ ਹੈ, ਦੋਨਾਂ ਵੱਲੋਂ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਹੈ ਕਿ ਕੁਝ ਲੋਕ ਜਿਹੜੇ ਹੈਗੇ ਸਰਕਾਰਾਂ ਦੀ ਮਦਦ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਹੋਣਾ ਚਾਹੁੰਦੇ ਆ। ਜੇ ਐਡਾ ਵੱਡੀ ਸੇਵਾ ਹੈਗੀ ਹੈ, ਐਡੇ ਵੱਡੇ ਕਾਰਜ ਹੈਗੇ ਆ, ਤਾਂ ਫਿਰ ਇਹ ਖਦਸ਼ਾ ਕਿਉਂ? ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦਿੱਤੀਆਂ ਇਸ ਸੰਸਥਾ ਨੂੰ ਬਣਾਉਣ ਲਈ, ਮੈਂ ਉਹਨਾਂ ਨੂੰ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਕਿ ਉਹਨਾਂ ਦੇ ਪਾਏ ਹੋਏ ਜੋ ਯੋਗਦਾਨ ਹੈ ਉਹਦੇ ਕਰਕੇ ਅੱਜ ਸਿੱਖ ਜਗਤ ਹੈ ਇਹਦਾ 100 ਸਾਲਾ ਬਣਾਉਣ ਜਾ ਰਿਹਾ ਹੈ। ਤੇ ਉਸ ਤੋਂ ਇਲਾਵਾ ਸਿੱਖ ਜਗਤ ਨੂੰ ਇਸ ਗੱਲ ਦੀ ਵਧਾਈ ਵੀ ਹੈ ਕਿ ਉਹਨਾਂ ਨੇ ਆਪਣੀ ਜੱਦੋ-ਜਹਿਦ ਦੇ ਨਾਲ ਇੱਕ ਐਸੀ ਸੰਸਥਾ ਕਾਇਮ ਕੀਤੀ ਜਿਸ ਨੇ ਕਿ ਸਿੱਖਾਂ ਦੇ ਲਈ ਬਹੁਤ ਵੱਡਾ ਕੰਮ ਕੀਤਾ ਤੇ ਸਿੱਖ ਕੌਮ ਨੂੰ ਮਤਲਬ ਅੱਗੇ ਲਿਜਾਣ ਲਈ ਉਹਦਾ ਬਹੁਤ ਵੱਡਾ ਯੋਗਦਾਨ ਹੈ। ਤੇ ਦੂਸਰੀ ਗੱਲ ਹੈ ਕਿ 100 ਸਾਲਾ ਇਤਿਹਾਸ ਦੀ ਜੇ ਆਪਾਂ ਗੱਲ ਕਰੀਏ ਤੇ ਮੈਂ ਤਾਂ ਸ਼ਾਨਾ ਮਤਾ ਇਤਿਹਾਸ 75 ਸਾਲ ਨੂੰ ਹੀ ਗਿਣਾਂਗਾ। ਜਿਹੜੇ ਅਖੀਰਲੇ 25 ਸਾਲ ਆ ਜਦੋਂ ਕਿ ਪੰਜਾਬੀ ਪਾਰਟੀ ਨੇ ਉਹਦੇ ਤੇ ਕਬਜ਼ਾ ਕਰ ਲਿਆ RSS ਦੇ ਜ਼ੋਰ ਦੇ ਨਾਲ, ਉਹਨੂੰ ਮੈਂ ਸ਼ਾਨਾ ਮਤਾ ਨਹੀਂ ਕਹਿ ਸਕਦਾ। ਤੇ ਕਲੇਰ ਸਾਹਿਬ ਕਹਿ ਰਹੇ ਆ ਕਿ ਬਈ ਸਰਕਾਰਾਂ ਨਾਲ ਮਿਲ ਕੇ ਉਹਦੇ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਮੈਂ ਇਸ ਨੂੰ ਉਲਟ ਇਹਨਾਂ ਨੂੰ ਕਹਿ ਰਿਹਾ ਕਿ ਇਹਨਾਂ ਨੇ ਸਰਕਾਰ ਦੇ ਨਾਲ ਮਿਲ ਕੇ, ਪੰਜਾਬੀ ਪਾਰਟੀ ਨੇ ਉਹਦੇ ਤੇ ਕਬਜ਼ਾ ਕੀਤਾ ਹੋਇਆ ਹੈ।
ਤੇ ਉਸ ਨੂੰ ਉਤਾਰਨ ਦੀ, ਉਸ ਗਲਵੇ ਨੂੰ ਮਤਲਬ ਦੂਰ ਕਰਨ ਦੀ ਲੋੜ ਹੈ। ਵਾਪਸ ਸਿੱਖ ਸੰਸਥਾਵਾਂ, ਸਿੱਖ ਜਗਤ ਦੇ ਹੱਥ ਦੇ ਵਿੱਚ ਇਹ ਸੰਸਥਾ ਆਣੀ ਚਾਹੀਦੀ ਹੈ। ਐਸੀ ਮੈਂ ਅਰਦਾਸ ਕਰਦਾ ਤੇ ਉਮੀਦ ਵੀ ਕਰਦਾ ਕਿ ਸਿੱਖ ਜਗਤ ਜਦੋਂ ਹੁਣ ਅਗਲੀ ਚੋਣ ਆਏਗੀ ਤੇ ਉਹ ਨਿਰੋਲ ਸਿੱਖਾਂ ਨੂੰ ਇਹਦੀ ਜਿਹੜੀ ਮਤਲਬ ਬਾਗਡੋਰ ਹੈ ਉਹ ਦੇਗਾ ਤਾਂ ਕਿ ਉਹ ਮੈਨੇਜ ਕਰ ਸਕਣ। ਤੇ ਜਿਹੜੇ ਲੋਕ ਬਹਰੂਪੀਏ ਇੱਥੇ ਦਾੜੀ ਖੋਲ ਲੈਂਦੇ ਆ ਤੇ ਦਿੱਲੀ ਜਾ ਕੇ ਕਹਿੰਦੇ ਆ ਕਿ ਅਸੀਂ ਪੰਜਾਬੀਆਂ ਦੀ ਪਾਰਟੀ ਹੈ, ਉਹਨਾਂ ਕੋਲੋਂ ਇਸ ਨੂੰ ਨਿਜਾਤ ਪਾਈ ਜਾਏਗੀ ਤੇ ਇਹਨੂੰ ਮੁੜ ਕੇ ਆਪਣੀਆਂ ਜੋ ਲੀਹਾਂ ਉਹਦੇ ਤੇ ਲੈ ਕੇ ਜਾਣ ਦਾ ਕੰਮ ਕੀਤਾ ਜਾਏਗਾ ਸਿੱਖਾਂ ਵੱਲੋਂ। ਐਸੀ ਮੈਂ ਉਮੀਦ ਕਰਦਾ। ਤੇ ਇਹਨਾਂ ਦਾ ਜਿਹੜਾ ਇਹ ਕਹਿਣਾ ਹੈਗਾ ਕਿ ਵੀ ਸਿੱਖ ਸਰਕਾਰ ਦੇ ਨਾਲ ਰਲ ਕੇ ਇਹਦੇ ਤੇ ਕਬਜ਼ੇ ਦੀ ਉਹ ਗੱਲ ਕਰਦੇ ਆ, ਇਹ ਬਿਲਕੁਲ ਨਿਰਾਧਾਰ ਹੈ। ਪੰਜਾਬੀ ਪਾਰਟੀ ਨੇ ਸਰਕਾਰ ਨਾਲ ਰਲ ਕੇ ਇਹਦੇ ਤੇ ਕਬਜ਼ਾ ਕੀਤਾ ਹੈ ਤੇ ਉਲਟਾ ਚੋਰ ਕੋਤਵਾਲ ਨੂੰ ਡਾਂਟਣ ਵਾਲੀ ਗੱਲ ਇਹ ਕਰ ਰਹੇ ਆ ਤੇ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਇਹ ਉਲਟ ਬੋਲ ਰਹੇ ਆ ਇਹ। ਲੇਕਿਨ ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਲ ਹੈ, ਇੱਕ ਬਹੁਤ ਸ਼ਲਾਘਾਯੋਗ ਸੰਸਥਾ ਜੋ ਹੈ ਇਹ ਬਣਾਈ ਗਈ ਹੈ ਸਾਡੇ ਬਜ਼ੁਰਗਾਂ ਵੱਲੋਂ, ਮਤਲਬ ਇਸ ਨੂੰ ਜੱਦੋ-ਜਹਿਦ ਕਰਕੇ ਅੰਗਰੇਜ਼ ਸਰਕਾਰ ਕੋਲੋਂ ਇਹਨੂੰ ਹਾਸਲ ਕੀਤਾ ਹੈ ਤੇ ਇਹਦੇ ਮਤਲਬ ਤਰੱਕੀ ਵੱਲ ਸਾਨੂੰ ਜਾਣਾ ਚਾਹੀਦਾ ਹੈ। ਜੀ ਬਿਲਕੁਲ। ਇਸ ਮੁੱਦੇ ਤੇ ਆਪਾਂ ਫਿਰ ਵੀ ਚਰਚਾ ਤੁਹਾਨੂੰ ਸਵਾਲ ਲੈ ਕੇ ਆਵਾਂਗੇ। ਡਾਕਟਰ ਸਹੋਤਾ ਇੰਤਜ਼ਾਰ ਕਰ ਰਿਹਾ ਹੈ। ਡਾਕਟਰ ਸਹੋਤਾ, ਜਿੱਥੋਂ ਤੱਕ ਸ਼ਾਨਾਮਤ ਇਤਿਹਾਸ ਦਾ ਸਵਾਲ ਹੈ, ਆਪਾਂ ਸਾਰੇ ਹੀ ਉਸ ਇਤਿਹਾਸ ਦੇ ਅੱਗੇ, ਗੌਰਵਮਈ ਇਤਿਹਾਸ ਦੇ ਅੱਗੇ ਨਤਮਸਤਕ ਵੀ ਹੁੰਨੇ ਆ, ਉਸ ਦੇ ਅੱਗੇ ਸਿਰ ਝੁਕਾਉਂਦੇ ਆ। ਬਹੁਤ ਵੱਡੀਆਂ ਕੁਰਬਾਨੀਆਂ ਸਾਡੇ ਵੱਡੇ ਵਡੇਰਿਆਂ ਨੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਦੇ ਚ ਲਿਆਂਦਾ। ਇਹਦੇ ਬਾਰੇ ਕੋਈ ਦੋ ਰਾਏ ਨਹੀਂ ਹੋ ਸਕਦੀਆਂ। ਸਾਡੇ ਵਖਰੇਵੇਂ ਹੋ ਸਕਦੇ ਆ, ਪਰ ਸਾਨੂੰ ਸਾਡੇ ਇਤਿਹਾਸ ਤੇ, ਵਡੇਰਿਆਂ ਦੇ ਇਤਿਹਾਸ ਤੇ ਬਹੁਤ ਵੱਡਾ ਮਾਣ ਹੈ। ਇਹਦੇ ਬਾਵਜੂਦ ਵੀ ਜਿੱਦਾਂ ਇਹਨਾਂ ਨੇ ਕਿਹਾ, ਅਮਰਿੰਦਰ ਜੀ ਨੇ, ਕਿ ਆਖਰੀ 25 ਸਾਲ ਦਾ ਪੰਜਾਬੀ ਪਾਰਟੀ ਕਬਜ਼ਾ ਕਰਕੇ ਬੈਠ ਗਈ ਹੈ। ਸਰਕਾਰਾਂ ਦਾ ਦਖਲ ਇਹਨਾਂ ਨੇ ਕਰਾਇਆ, ਜਿਹਦੇ ਕਰਕੇ ਸਾਰੇ ਇਹ ਵਿਖੇੜੇ ਖੜੇ ਹੋਏ ਆ, ਜਿਹਦੇ ਕਰਕੇ ਅੱਜ ਲੌਂਗੋਵਾਲ ਨੂੰ ਇਹ ਗੱਲ ਕਹਿਣੀ ਪਈ ਹੈ, ਸੁਖਬੀਰ ਬਾਦਲ ਨੂੰ ਇਹ ਗੱਲ ਕਹਿਣੀ ਪਈ ਹੈ ਕਿ ਸਰਕਾਰਾਂ ਕਬਜ਼ਾ ਜਿਹੜੀਆਂ ਆਈਆਂ ਕਰਨਾ ਚਾਹੁੰਦੀਆਂ ਕੁਝ ਲੋਕਾਂ ਦੇ ਮਦਦ ਦੇ ਨਾਲ। ਸਿੱਧੂ ਸਾਹਿਬ, ਪਹਿਲਾਂ ਤਾਂ ਮੈਂ ਸਾਰਿਆਂ ਹੀ ਆਪਣੇ ਸਰੋਤਿਆਂ ਨੂੰ ਔਰ ਜਿਹੜੇ ਸਾਡੇ ਇਸ ਮੰਚ ਤੇ ਤੁਸੀਂ ਇਕੱਤਰ ਕੀਤੇ ਨੇ, ਉਹਨਾਂ ਨੂੰ ਮੈਂ ਇਸ ਦਿਵਸ ਤੇ ਹਾਰਦਿਕ ਵਧਾਈ ਦਿੰਦੀ ਹਾਂ। ਗੁਰੂ ਮਹਾਰਾਜ ਨੇ ਇਸ ਕੌਮ ਤੇ ਬੜੀ ਵੱਡੀ ਮਿਹਰ ਕੀਤੀ ਹੈ। ਇਹ ਗੁਰੂ ਦੀ ਹੀ ਦੇਣ ਹੈ, ਜਿਸ ਕਰਕੇ ਅਸੀਂ ਬੜੇ ਸ਼ਾਨ ਨਾਲ ਦੁਨੀਆ ਵਿੱਚ ਜਿਉ ਰਹੇ ਹਾਂ। 2% ਆਬਾਦੀ ਹੋਣ ਦੇ ਨਾਤੇ ਵੀ ਅਸੀਂ 98% ਦੇ ਕਰੀਬ ਸਾਡੀਆਂ ਕੁਰਬਾਨੀਆਂ ਨੇ। ਸਮਾਜ ਨੂੰ, ਮਨੁੱਖਤਾ ਨੂੰ ਸਾਡੀ ਦੇਣ ਹੈ। ਗੁਰੂ ਮਹਾਰਾਜ ਨੇ ਜੋ ਸਾਨੂੰ ਗੁਰਬਾਣੀ ਦਾ ਸੰਦੇਸ਼ ਦਿੱਤਾ ਹੈਗਾ, ਉਹਨਾਂ ਨੇ ਮਨੁੱਖਤਾ ਦੀ ਬਰਾਬਰੀ ਦੀ ਗੱਲ ਕੀਤੀ ਹੈ, ਕੋਈ ਭੇਦ ਭਾਵ, ਊਚ ਨੀਚ ਨਹੀਂ ਰੱਖਿਆ। ਔਰ ਦੂਸਰਾ, ਜਿੱਥੇ ਤੱਕ SGPC ਦਾ ਸਵਾਲ ਹੈ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕਿ ਦੁਨੀਆ ਭਰ ਦੇ ਵਿੱਚ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇੱਕ ਐਸੀ ਸੰਸਥਾ ਹੈ ਜਿਸ ਦੇ ਚੁਣਾਵ ਕੀਤੇ ਜਾਣ, ਜਿਨ੍ਹਾਂ ਦੀ ਡੈਮੋਕ੍ਰੈਟਿਕ ਹਸਤੀ ਹੈਗੀ ਹੈ। ਕੋਈ ਐਸੀ ਧਾਰਮਿਕ ਇੰਸਟੀਟਿਊਸ਼ਨ ਨਹੀਂ ਹੈਗਾ ਜਿਹਦੀ ਬਣਤਰ ਜਾਂ ਜਿਸ ਦਾ ਕਨਸਟੀਟਿਊਸ਼ਨ ਇਸ ਤਰ੍ਹਾਂ ਬੇਸਡ ਹੋਵੇ। ਉਸ ਪੱਖ ਨੂੰ ਤਾਂ ਕੋਈ ਨਕਾਰਿਆ ਨਹੀਂ ਜਾ ਸਕਦਾ। ਲੇਕਿਨ ਜਿੱਥੋਂ ਤੱਕ ਅੱਜ ਦੀ ਜਿਹੜੀ ਤੁਹਾਡੀ ਗੋਸ਼ਟੀ ਦਾ ਹੈਗਾ, ਉਹਦੇ ਵਿੱਚ ਇੰਨਾ ਮਨ ਜਿਹੜਾ ਹੈਗਾ ਉਹ ਦੁਖੀ ਹੁੰਦਾ ਹੈ। ਮਹਿਸੂਸ ਕਰਦੇ ਹਾਂ ਕਿ ਕਿੱਥੋਂ ਸ਼ੁਰੂ ਕਰੀਏ, ਕਿਹੜੀ ਖੜੋਤ ਨੂੰ ਪਹਿਲਾਂ ਪਕੜੀਏ ਤੇ ਕਿੱਥੋਂ ਤੱਕ ਇਹ ਜਾਏਗੀ। ਕਿਉਂਕਿ ਅੱਜ ਜੋ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਹੈ, ਜੋ ਉਹਦੀ ਬਣਤਰ ਹੈ ਜਾਂ ਉਹ ਹੋਂਦ ਵਿੱਚ ਆਈ, ਤਾਂ ਉਹ ਨਿਰੋਲ ਪੰਥਕ ਹਸਤੀ ਦੇ ਤੌਰ ਤੇ ਆਈ। ਪੰਥਕ ਹਸਤੀ ਕੀ ਹੈ, ਸਿੱਖੀ ਕੀ ਹੈ ਕਿ ਉਹਨਾਂ ਨੇ ਗੁਰਬਾਣੀ ਨੂੰ ਆਪਣਾ ਆਧਾਰ ਮੰਨਣਾ ਹੈ। ਗੁਰਬਾਣੀ ਦਾ ਅਕੀਦਾ ਲੈ ਕੇ ਅਸੀਂ ਆਪਣਾ ਕਾਰ ਵਿਹਾਰ ਕਰਨਾ ਹੈ। ਦੁੱਖ ਦੀ ਗੱਲ ਹੈ ਕਿ ਅੱਜ ਜੋ ਪੰਥਕ ਸੋਚ ਹੈ ਉਸ ਨੂੰ ਪਿੱਛੇ ਸਿੱਟ ਕੇ, ਅਸੀਂ ਗੁਰੂ ਨੂੰ ਪਿੱਛੇ ਸਿੱਟ ਕੇ ਇੱਕ ਅਸੀਂ ਇਨਸਾਨ ਦੀ ਹੋਂਦ ਨੂੰ ਮੰਨ ਲਿਆ। ਉਸ ਨੂੰ ਅਸੀਂ ਜਿਹੜਾ ਹੈਗਾ ਉਹਦਾ ਮੰਨ ਲਿਆ, ਸਭ ਕੁਝ ਕਰਤਾ ਧਰਤਾ। ਉਸ ਦੇ ਇਸ਼ਾਰੇ ਤੇ, ਮੈਂ ਕਿਸੇ ਦਾ ਨਾਮ ਨਹੀਂ ਲੈਂਦੀ, ਮੈਨੂੰ ਕਿਸੇ ਨਾਲ ਪਰਸਨਲ ਕੋਈ ਨਹੀਂ ਰੰਜਿਸ਼ ਹੈ, ਲੇਕਿਨ ਜੋ ਇਸ ਚੀਜ਼ ਦਾ ਗਲੀਆਂ ਦਾ ਕੱਖ ਵੀ ਗਵਾਹ ਹੈ, ਕੋਈ ਜਿੰਨਾ ਮਰਜ਼ੀ ਇਹਦੇ ਤੇ ਆਪਣਾ ਦੇਈ ਜਾਵੇ, ਸਫਾਈ ਦੇਈ ਜਾਵੇ, ਇਹ ਇੱਕ ਨੰਗਾ ਚਿੱਟਾ ਸੱਚ ਹੈ, ਰਾਈਟਿੰਗ ਔਨ ਦਾ ਵਾਲ ਹੈ ਕਿ ਕੀ ਹੋ ਰਿਹਾ ਹੈ। ਇਸ ਕਰਕੇ ਉਸ ਚੀਜ਼ ਨੂੰ ਸਾਨੂੰ ਸੋਚਣਾ ਜ਼ਰੂਰ ਪਏਗਾ। ਅਗਰ ਅਸੀਂ ਉਸ ਮਤ ਦੇ ਧਾਰਨੀ ਹਾਂ ਔਰ ਸਾਨੂੰ ਗੁਰੂ ਮਹਾਰਾਜ ਨੇ ਥੋੜੀ ਜਿਹੀ ਵੀ ਬੁੱਧੀ ਦਿੱਤੀ ਹੈ, ਤਾਂ ਸਾਨੂੰ ਉਸ ਦਾ ਪ੍ਰਯੋਗ ਕਰਕੇ, ਇਸਤੇਮਾਲ ਕਰਕੇ ਉਸ ਨੂੰ ਬਿਲਕੁਲ ਗੁਰੂ ਦੇ ਆਸ਼ੇ ਤੇ ਚੱਲਣ ਦੇ ਵਾਸਤੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ।
ਗੁਰੂ ਨੇ ਸਾਨੂੰ ਨਹੀਂ ਛੱਡਿਆ, ਗੁਰੂ ਨਹੀਂ ਛੱਡਦਾ, ਲੇਕਿਨ ਸਿੱਖ ਨੇ ਗੁਰੂ ਨੂੰ ਛੱਡਿਆ ਹੈ। ਸਿੱਖ ਨੇ ਗੁਰੂ ਨੂੰ ਛੱਡ ਕੇ ਵਿਅਕਤੀ ਨੂੰ ਅੱਗੇ ਲੈ ਕੇ ਆਂਦਾ ਹੈ, ਜਿਹੜਾ ਕਿ ਸਾਡੇ ਨਿਗਾਰ ਦਾ ਕਾਰਨ ਹੈ। ਸਾਹਿਬ ਅੱਜ ਉਹ ਸੰਸਥਾ ਜਿਹੜੀ ਹੈ ਉਹ ਤੇ ਕੁਐਸਚਨ ਮਾਰਕ ਇੱਕ ਤੋਂ ਬਾਅਦ ਦੂਸਰਾ ਲੱਗਦਾ ਆ ਰਿਹਾ ਹੈ। ਹਾਂਜੀ ਜੀ ਡਾਕਟਰ ਸੋਤਾ ਮੈਂ ਸੰਖੇਪ ਚ ਸਵਾਲ ਲੈਣਾ ਚਾਹਾਂਗਾ ਤੁਹਾਡੇ ਕੋਲੋਂ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਸਾਨੂੰ ਗੁਰੂ ਨੇ ਮਾਰਗ ਦਿਖਾਇਆ ਉਹ ਛੱਡ ਕੇ ਇੱਕ ਇਨਸਾਨ ਜਿਹੜਾ ਹੈਗਾ ਉਹਦੀ ਅਗਵਾਈ ਜਾਂ ਉਸ ਦਾ ਵਡੱਪਣ ਦੀ ਅਸੀਂ ਗੱਲ ਚਰਚਾ ਕਰ ਰਹੇ ਹਾਂ। ਅੱਜ ਜਦੋਂ ਆਪਾਂ ਇਹਨਾਂ ਸਮਾਗਮਾਂ ਦੀ ਚਰਚਾ ਕਰ ਰਹੇ ਹਾਂ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਆਪਣੇ ਮੂੰਹੋਂ ਇਹ ਗੱਲ ਬੋਲਦਿਆਂ ਕਿਹਾ ਕਿ ਇਹ ਤਾਂ ਡੈਮੋਕ੍ਰੈਟਿਕ ਵੇ ਨਾਲ ਚੁਣੀ ਹੋਈ ਸੰਸਥਾ ਹੈ। ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਨਹੀਂ ਇਹਦੀ ਚੋਣ ਕਰਾਉਂਦਾ। ਸੁਖਬੀਰ ਬਾਦਲ ਉਹਨਾਂ ਨੂੰ ਇਹ ਨਾਂ ਕਿਉਂ ਲੈਣਾ ਪਿਆ ਕਿ ਬਾਦਲ ਪਰਿਵਾਰ ਨਹੀਂ ਚੋਣ ਕਰਾਉਂਦਾ? ਜੇ ਡੈਮੋਕ੍ਰੈਟਿਕ ਵੇ ਹੈ ਤਾਂ ਫਿਰ ਪਰਿਵਾਰ ਦੀ ਗੱਲ ਚਰਚਾ 'ਚ ਕਿਉਂ ਆਉਂਦੀ ਹੈ? ਜੀ ਦੇਖੋ, ਜਿਹੜਾ ਬੇਸ ਹੈ, ਤੁਸੀਂ ਹੁਣ ਕੁਝ ਵੀ ਕਹੀ ਜਾਓ, ਕਹਿਣ ਦੇ ਨਾਲ ਕੋਈ ਸਚਾਈ ਲੁਕ ਨਹੀਂ ਜਾਂਦੀ। ਕਿਉਂਕਿ ਜਿਹੜਾ ਮੈਂ ਫਿਰ ਗੁਰਬਾਣੀ ਦਾ ਹੀ ਜ਼ਿਕਰ ਕਰੂੰਗੀ, ਕਿਸੇ ਵਿਅਕਤੀ ਦਾ ਨਹੀਂ, ਕਿ ਗੁਰਬਾਣੀ ਜਿਹੜੀ ਹੈ ਗੁਰਾਂ ਦਾ ਸੰਦੇਸ਼ ਨੈਤਿਕਤਾ ਹੈ, ਮੋਰਲ ਐਥਿਕਸ ਵੈਲਿਊ ਤੇ ਬੇਸਡ ਹੈ। ਜਦ ਕਿ ਅਸੀਂ ਗੱਲ ਕਰਦੇ ਹਾਂ ਅਧਿਕਾਰ ਦੀ, ਸਿੱਧੂ ਸਾਹਿਬ ਅਸੀਂ ਕੀ ਗੱਲ ਕਰਦੇ ਹਾਂ? ਅਸੀਂ ਕਰਦੇ ਹਾਂ ਜੀ, ਜੇ ਪੰਜਾਬ ਸਰਕਾਰ ਦਾ ਜਿਹੜਾ ਹੈੱਡਕੁਆਟਰ ਹੈ ਉਹ ਹੈਗਾ ਆ ਸੈਕਟਰੀਏਟ ਚੰਡੀਗੜ੍ਹ ਹੈ ਤੇ ਸਾਡਾ ਹੈੱਡਕੁਆਟਰ ਹੈਗਾ ਅੰਮ੍ਰਿਤਸਰ। ਬਈ ਹੈੱਡਕੁਆਟਰ ਦਾ ਮਤਲਬ ਸਾਡੀ ਉੱਥੇ ਸਰਕਾਰ ਆ ਬਰਾਬਰ ਦੀ ਪੈਰਲਲ, ਉਹ ਬੰਦਿਆਂ ਵੱਲੋਂ ਚਲਾਈ ਜਾ ਰਹੀ ਹੈ। ਉਹਦੇ ਉੱਤੇ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਹਨਾਂ ਨੂੰ ਤਨਖਾਹਦਾਰ ਰੱਖਿਆ ਜਾਂਦਾ। ਉੱਥੇ ਸੇਵਾ ਦਾ ਸੰਕਲਪ ਹੋਣਾ ਚਾਹੀਦਾ ਹੈ, ਉੱਥੇ ਕੋਈ ਤਨਖਾਹ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ। ਓਕੇ ਜੀ, ਵੈਲਕਮ ਜੀ। ਆਪਣੀ ਗੱਲ ਤੁਸੀਂ ਮੁਕੰਮਲ ਕੀਤੀ ਹੈ। ਕਲੇਸ਼ ਇਸ ਮੁੱਦੇ ਤੇ ਮੈਂ ਤੁਹਾਡਾ ਜਵਾਬ ਲੈਣਾ ਚਾਹਾਂਗਾ। ਜਿਸ ਤਰੀਕੇ ਨਾਲ ਅਮਰਿੰਦਰ ਜੀ ਨੇ ਕਿਹਾ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 75 ਸਾਲ ਤੱਕ ਤਾਂ ਉਹ ਕਹਿੰਦੇ ਕਿ ਬਿਲਕੁਲ ਸ਼ਾਨਾਮਤ ਇਤਿਹਾਸ ਦੀ ਗੱਲ ਕੀਤੀ ਹੈ। ਉਦੋਂ ਬਾਅਦ ਚੋਂ ਕਹਿੰਦੇ ਕਿ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ ਹੈ। ਜਿੱਦਾਂ ਡਾਕਟਰ ਸੋਤਾ ਦਾ ਕਹਿਣਾ ਹੈ ਕਿ ਅਸੀਂ ਜਿਹੜੇ ਗੁਰੂ ਦਾ ਦਿਖਾਇਆ ਵਾ ਮਾਰਗ ਹੈ ਉਹ ਛੱਡ ਕੇ ਇੱਕ ਜਿਹੜਾ ਇਨਸਾਨ, ਇੱਕ ਵਿਅਕਤੀ ਵਿਸ਼ੇਸ਼ ਹੈਗਾ, ਉਹਦੀ ਚੌਧਰ ਦੇ ਨਾਲ ਜਿਹੜਾ ਹੈਗਾ ਉੱਥੇ ਕੰਮਕਾਜ ਚਲਾਇਆ ਜਾ ਰਿਹਾ। ਦੋਨੇ ਮੁੱਦੇ ਹੈ ਜਿਨ੍ਹਾਂ ਨੂੰ ਲੈ ਕੇ ਵਿਵਾਦ ਖੜੇ ਹੁੰਦੇ ਹੈ। ਜੀ ਕਲੀਅਰ ਜੀ। ਜਗਤਾਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਉਸ ਗੱਲ ਦਾ ਜਵਾਬ ਦੇਵਾਂਗਾ ਜਿਹੜੀ ਤੁਸੀਂ ਕਹੀ ਸੀ ਕਿ ਸਟੇਜ ਦੇ ਉੱਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਚੋਣ ਨਹੀਂ ਕਰਾਉਂਦਾ। ਮੈਂ ਬਿਲਕੁਲ ਇਸ ਗੱਲ ਨੂੰ ਸਹੀ ਕਹਿਣਾ ਜੀ ਕਿ ਡੈਮੋਕ੍ਰੈਟਿਕ ਇੱਕ ਸੰਸਥਾ ਹੈਗੀ ਔਰ ਇਹਦੀ ਗੱਲ ਸਾਨੂੰ ਕਿਉਂ ਕਹਿਣੀ ਪੈਂਦੀ ਹੈ। ਅੱਜ ਵੀ ਡਿਬੇਟ ਦੇ ਵਿੱਚ ਅਗਰ 100 ਸਾਲਾ ਸ਼ਤਾਬਦੀ ਸਮਾਰੋਹ ਦੀ ਗੱਲ ਹੁੰਦੀ ਹੈ, ਉੱਥੇ ਵੀ ਸਰਦਾਰ ਅਮਰਿੰਦਰ ਸਿੰਘ ਜੀ ਇਹ ਗੱਲ ਨੂੰ ਕਹਿੰਦੇ ਨੇ ਕਿ ਜੀ ਮੈਂ 75 ਸਾਲਾਂ ਤੱਕ ਤਾਂ ਸ਼ਾਨਮੱਤਾ ਗਿਣਦਾ, ਉਸ ਤੋਂ ਅੱਗੇ ਮੈਂ ਕਹਿ ਦੇਣਾ। ਮੈਂ ਫੇਰ ਦੁਬਾਰਾ ਕਹਿਣਾ ਕਿ ਜਦੋਂ ਐਸਾ ਕੋਈ ਕਮੈਂਟ ਐਡੀ ਵੱਡੀ ਸੰਸਥਾ ਤੇ ਕਰਦਾ ਹੈ, ਉਹ ਵੋਟਰਾਂ ਦੇ ਉੱਤੇ ਕਮੈਂਟ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਵੋਟ ਪਾ ਕੇ ਨੁਮਾਇੰਦਿਆਂ ਨੂੰ ਚੁਣਿਆ ਤੇ ਸੇਵਾ ਸੰਭਾਲ ਦਿੱਤੀ ਹੈ। ਜਿੱਦਾਂ ਹੁਣੀ ਪ੍ਰੋਫੈਸਰ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਕੱਲੀ ਵਿਸ਼ਵ ਦੇ ਵਿੱਚ ਇੱਕ ਪਹਿਲੀ ਧਾਰਮਿਕ ਸੰਸਥਾ ਜਿਹੜੀ ਚੁਣੀ ਹੋਈ ਹੈ ਔਰ ਇਹਦੀ ਜਿਹੜੀ ਇਲੈਕਸ਼ਨ ਹੈ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਦੇਖ-ਰੇਖ ਨੀਚੇ ਹੁੰਦੀ ਹੈ। ਸੋ ਅੱਜ ਆਪਾਂ ਇਹ ਗੱਲ ਕਹਿ ਦਈਏ ਕਿ ਧੱਕੇ ਦੇ ਨਾਲ ਉਹਦੇ ਉੱਤੇ ਕੋਈ ਕਾਬਜ਼ ਜਿੱਦਾਂ ਅਮਰਿੰਦਰ ਸਿੰਘ ਜੀ ਕਹਿਣਾ ਚਾਹੁੰਦੇ ਆ ਤਾਂ ਫਿਰ ਉਹ ਸਾਰੇ ਵੋਟਰਾਂ ਦਾ ਅਪਮਾਨ ਹੈ ਜਿਨ੍ਹਾਂ ਨੇ ਆਪਣੇ ਨੁਮਾਇੰਦੇ ਚੁਣ ਕੇ ਉਰੇ ਭੇਜੇ ਤੇ ਸੰਸਥਾ ਦੇ ਵਿੱਚ ਉਹ ਸੇਵਾ ਨਿਭਾ ਰਹੇ ਨੇ। ਔਰ ਦੂਜੇ ਪਾਸੇ ਆਪਾਂ ਜੀ ਤੁਸੀਂ ਕੀ ਕੁਝ ਕਹਿਣਾ ਚਾਹੁੰਦੇ ਸੀ, ਦੱਸੋ ਜੀ। ਜੀ ਕਲੇਸ਼ ਜੀ, ਮੈਂ ਕਹਿ ਰਿਹਾ ਤੁਸੀਂ ਆਪਣੀ ਗੱਲ ਮੁਕੰਮਲ ਕਰੋ। ਇਸ ਮੁੱਦੇ ਤੇ ਮੈਂ ਜਵਾਬ ਲੈਣਾ ਚਾਹਾਂਗਾ ਅਮਰਿੰਦਰ ਜੀ ਤੋਂ, ਪਲੀਜ਼। ਤੁਸੀਂ ਮੈਂ ਫਿਰ ਦੁਬਾਰਾ ਜਗਤਾਰ ਜੀ ਮੈਂ ਗੱਲ ਕਹਿਣਾ ਕਿ ਸੇਵਾ ਸੰਭਾਲ ਦੇ ਨਾਲ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 75,000 ਦੇ ਕਰੀਬ ਬੱਚਿਆਂ ਨੂੰ ਸਿੱਖਿਆ ਦਾ ਆਦਾਨ ਪ੍ਰਦਾਨ ਕਰ ਰਿਹਾ। ਉਸ ਤੋਂ ਬਿਨਾਂ ਚਾਹੇ ਫਿਰ ਮੈਡੀਕਲ ਕਾਲਜ ਹੋਣ ਔਰ 18,000 ਮੁਲਾਜ਼ਮ ਇਹਦੇ 'ਚ ਕੰਮ ਕਰਦੇ ਨੇ। ਸੋ ਅਗਰ ਇੱਕ ਸਿੱਖਾਂ ਦੀ ਇੱਕ ਐਡੀ ਸਿਰਮੌਰ ਸੰਸਥਾ ਜਿਹਦੇ 'ਚ ਕੰਮ ਕਰਕੇ 18,000 ਲੋਕਾਂ ਦਾ ਘਰ ਵੀ ਚੱਲ ਰਿਹਾ ਤੇ ਉਹ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਵੀ ਹੋ ਰਿਹਾ ਹੈ ਔਰ ਮੈਡੀਕਲ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਨੇ, ਤਾਂ ਸਾਨੂੰ ਮਾਣ ਕਰਨਾ ਚਾਹੀਦਾ। ਕੋਈ ਵੀ ਕੋਈ ਵੀ ਸੰਸਥਾ ਪ੍ਰਫੁੱਲਤ ਹੈ ਤਾਂ ਉਹਦੀ ਮੈਨੇਜਮੈਂਟ ਅਗਰ ਕਮਾਲ ਦੀ ਹੈ ਤਾਂ ਉਹਦੇ ਤੇ ਤੁਹਾਨੂੰ ਮਾਣ ਕਰਨਾ ਚਾਹੀਦਾ, ਸਾਰਿਆਂ ਨੂੰ ਮਾਣ ਕਰਨਾ ਚਾਹੀਦਾ। ਠੀਕ ਹੈ, ਮੈਂ ਨਹੀਂ ਕਹਿੰਦਾ ਕਿ 100% ਕੋਈ ਸੰਸਥਾ ਫੁੱਲ ਪ੍ਰੂਫ ਹੁੰਦੀ ਹੈ, ਤਰੁੱਟੀਆਂ ਰਹਿ ਜਾਂਦੀਆਂ ਨੇ, ਉਹ ਤਰੁੱਟੀਆਂ ਦੂਰ ਕਰੀਏ, ਪਰ ਆਪਾਂ ਆਪਣੀ ਸੰਸਥਾ ਦੇ ਉੱਤੇ। ਔਰ ਮੈਂ ਇੱਕ ਜਗਤਾਰ ਜੀ ਜ਼ਰੂਰ ਗੱਲ ਕਹਿਣੀ ਚਾਹੂੰਗਾ 100 ਸਾਲਾਂ ਦੇ ਉੱਤੇ ਮੈਂ ਦੇਖਿਆ ਕਿ ਕਈ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਕਿ ਗੁਰੂਆਂ ਦੀਆਂ ਦਿੱਤੇ ਹੋਏ ਜਿਹੜੇ ਤਖਤ ਨੇ ਉਹ ਤਖਤਾਂ ਦੇ ਉੱਤੇ ਵੀ ਕਿੰਤੂ ਪਰੰਤੂ ਖੜਾ ਕਰ ਰਹੇ ਨੇ, ਜਿਹੜੀ ਆਪਦੇ ਆਪ ਦੇ ਵਿੱਚ ਬਹੁਤ ਮਾੜੀ ਗੱਲ ਹੈ। ਇਹ ਨਹੀਂ ਹੋਣੀ ਚਾਹੀਦੀ। ਓਕੇ, ਚਲੋ ਤੁਹਾਡੀ ਗੱਲ ਆ ਹੀ ਗਈ ਹੈ ਜਿਹੜੀ ਹੈਗੀ ਹੈ। ਅਮਰਿੰਦਰ ਜੀ,
ਕਿਉਂਕਿ ਇਸ ਮੁੱਦੇ ਤੇ ਜਵਾਬ ਤੁਸੀਂ ਕਲੇਸ਼ ਜੀ ਦੇ ਕਮੈਂਟ ਸੁਣੇ ਹੈ, ਤੁਸੀਂ ਪੰਜਾਬੀ ਪਾਰਟੀ ਦੀ ਗੱਲ ਕੀਤੀ ਹੈ। ਉਹ ਕਹਿ ਰਹੇ ਕਿ ਇਹੋ ਜਿਹੀਆਂ ਸ਼ਖਸੀਅਤਾਂ ਵੀ ਹੈ ਜਿਹੜੀਆਂ ਤਖਤ ਸਾਹਿਬਾਨ ਤੇ ਵੀ ਸਵਾਲ ਖੜੇ ਕਰਦੀਆਂ। ਬਿਲਕੁਲ, ਦੇਖੋ ਜਿੱਥੇ ਤੱਕ ਤਖਤ ਸਾਹਿਬਾਨ ਦੀ ਗੱਲ ਹੈ ਉਹਦੇ ਲਈ ਬਿਲਕੁਲ ਜਿਹੜੇ ਲੋਕੀ ਉਹਨਾਂ ਤੇ ਸਵਾਲ ਖੜੇ ਕਰ ਰਹੇ ਆ, ਮੈਂ ਉਹਨਾਂ ਦੀ ਘੋਰ ਨਿੰਦਾ ਕਰਦਾ, ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ। ਬਾਕੀ ਰਹੀ ਗੱਲ ਜਿਹੜੀ ਬਾਦਲ ਪਰਿਵਾਰ ਦੀ ਹੈ, ਉਸ ਨੂੰ ਜਿਵੇਂ ਕਲੇਰ ਸਾਹਿਬ ਪੋਰਟਰੇ ਕਰ ਰਹੇ ਆ, ਇਹ ਗੱਲ ਹਕੀਕਤ ਇਦਾਂ ਨਹੀਂ ਹੈ। ਬਾਦਲ ਪਰਿਵਾਰ ਦੀ ਪੂਰੀ ਦਖਲਅੰਦਾਜ਼ੀ ਹੈ। ਬਾਦਲ ਪਰਿਵਾਰ ਪਰਚੀ ਕੱਢਦਾ ਪ੍ਰਧਾਨ ਦੀ, ਬਾਦਲ ਪਰਿਵਾਰ ਹੀ ਜਥੇਦਾਰ ਦੀ ਨਿਯੁਕਤੀ ਕਰਦਾ ਹੈ ਜਾਂ ਜਥੇਦਾਰਾਂ ਨੂੰ ਆਪਣੇ ਦਫ਼ਤਰਾਂ ਦੇ ਵਿੱਚ ਵੀ ਬੁਲਾਉਂਦਾ ਹੈ। ਇਹ ਗੱਲਾਂ ਪਬਲਿਕ ਡੋਮੇਨ ਦੇ ਵਿੱਚ ਹੈ, ਇਹ ਇਲਜ਼ਾਮ ਨਹੀਂ ਹੈ ਖਾਲੀ। ਤੇ ਬਾਦਲ ਪਰਿਵਾਰ ਦੀ ਜਿੰਨੀ ਦੇਰ ਤੱਕ 9 ਮਾਸ ਦਾ ਰਿਸ਼ਤਾ ਰਿਹਾ, ਉਹਨਾਂ ਨੇ ਇਲੈਕਸ਼ਨ ਕਮਿਸ਼ਨ ਵੀ ਨਹੀਂ ਲੱਗਣ ਦਿੱਤਾ। ਜਦੋਂ ਉਹਨਾਂ ਦਾ 9 ਟੁੱਟ ਗਿਆ ਮਾਰਚ ਨਾਲ, ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਜਿਹੜਾ ਅਪਾਇੰਟ ਹੋਇਆ ਹੈ। ਤੇ ਇਸ ਨੂੰ ਜਿੰਨਾ ਮਰਜ਼ੀ ਕਈ ਜਾਣ ਕੇ ਸਾਡਾ ਕੋਈ ਸੰਬੰਧ ਨਹੀਂ ਹੈ, ਇਹ ਹਕੀਕਤ ਹੈ, ਇਹ ਸਾਹਮਣੇ ਪਬਲਿਕ ਡੋਮੇਨ ਦੇ ਵਿੱਚ ਅਨਫੋਲਡ ਹੋ ਰਹੀਆਂ ਹੈ ਸਿਚੁਏਸ਼ਨ ਇਸ ਤਰੀਕੇ ਦੇ ਨਾਲ ਕਿ ਜਿੰਨੀ ਦੇਰ ਇਹਨਾਂ ਦਾ ਉੱਥੇ ਉਹਨਾਂ ਦੇ ਨਾਲ ਰਿਸ਼ਤਾ ਰਹਿੰਦਾ ਗਵਰਨਮੈਂਟ ਦੇ ਨਾਲ, ਬੀਜੇਪੀ ਦੇ ਨਾਲ, ਉਨੀ ਦੇਰ ਤੱਕ ਇਲੈਕਸ਼ਨ ਕਮਿਸ਼ਨ ਅਪਾਇੰਟ ਨਹੀਂ ਹੋਣ ਦਿੰਦੇ। ਲੇਕਿਨ ਹੁਣ ਜਦੋਂ ਰਿਸ਼ਤਾ ਟੁੱਟਿਆ ਤੇ ਉਸ ਤੋਂ ਕੁਝ ਹੀ ਦਿਨਾਂ ਬਾਅਦ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਅਪਾਇੰਟ ਹੋ ਜਾਂਦਾ ਹੈ, ਔਰ ਉਹਨਾਂ ਸਰਕਮਸਟੈਂਸਸ 'ਚ ਅਪਾਇੰਟ ਹੁੰਦਾ ਹੈ ਕਿ ਇਹਨਾਂ ਨੇ ਅੱਜ ਤੱਕ ਮਤਾ ਵੀ ਨਹੀਂ ਪਾਇਆ ਕਿ ਇਲੈਕਸ਼ਨ ਜਿਹੜੀ ਹੈ 11 ਸਾਲ ਹੋ ਗਏ ਕਰਵਾ ਦਿੱਤੀ ਜਾਵੇ। ਲੇਕਿਨ ਫਿਰ ਵੀ ਪਬਲਿਕ ਦੇ ਪ੍ਰੈਸ਼ਰ ਨੂੰ ਦੇਖਦੇ ਹੋਏ ਗਵਰਨਮੈਂਟ ਨੂੰ ਇਹ ਕਰਨਾ ਪਿਆ। ਤੇ ਇਹ ਚੀਜ਼ਾਂ ਇਹਨਾਂ ਦੇ ਕਹਿਣ ਨਾਲ ਮਤਲਬ ਬਦਲ ਨਹੀਂ ਜਾਣਗੀਆਂ, ਇਹ ਹਕੀਕਤ ਹੈ। ਔਰ ਜਿੱਥੇ ਇਹ ਕਹਿ ਰਹੇ ਕਿ ਵੀ ਬੜਾ ਸ਼ਾਨਾ ਮਤਾ ਇਤਿਹਾਸ ਹੈ, ਤੇ ਉਹ ਕੋਈ ਸ਼ਾਨਾ ਮਤਾ ਨਹੀਂ ਹੈ। 25 ਸਾਲ ਦਾ ਜਿਵੇਂ ਸਰਸੇ ਵਾਲੇ ਦਾ ਸਾਰਾ ਐਪੀਸੋਡ ਅਨਫੋਲਡ ਹੋਇਆ ਸਾਡੇ ਸਾਹਮਣੇ, ਕਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਪੋਲੀਟੀਕਲ ਐਂਡਸ ਲਈ ਯੂਜ਼ ਕੀਤਾ ਗਿਆ, ਕਿ ਕਿੱਦਾਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਾਏ ਗਏ ਔਰ ਗੁਰੂ ਦੀ ਗੋਲਕ ਦੇ ਵਿੱਚੋਂ ਉਹਦਾ ਮਿਸਯੂਜ਼ ਕੀਤਾ ਗਿਆ, ਉਹ ਸਾਰਾ ਪਬਲਿਕ ਡੋਮੇਨ ਦੀਆਂ ਗੱਲਾਂ। ਇਹ ਮੈਂ ਨਹੀਂ ਬੋਲ ਰਿਹਾ, ਇਹ ਮਤਲਬ ਫੈਕਟਸ ਬੋਲ ਰਹੇ ਆ ਇਹ। ਤੇ ਇਸ ਨੂੰ ਖਾਲੀ ਇੱਕ ਜਾਂ ਦੋ ਬੰਦੇ ਕਹਿ ਦੇਣ ਕਿ ਇਹ ਜਿਹੜੀਆਂ ਚੀਜ਼ਾਂ ਨਹੀਂ ਆ ਜਾਂ ਛੋਟੀ ਚੀਜ਼ ਹੈ, ਉਹ ਇਹਨਾਂ ਦੀ ਆਪਣੀ ਉਹ ਹੋਏਗੀ। ਲੇਕਿਨ ਪਬਲਿਕ ਜਿਹੜੀ ਆ ਉਹ ਸਾਰੀ ਇਹਨਾਂ ਦੇ ਮਤਲਬ ਸਾਰੇ ਕਾਰਨਾਮਿਆਂ ਤੋਂ ਅੱਕ ਚੁੱਕੀ ਆ ਉਹ, ਤੇ ਉਹ ਇਸ ਤੋਂ ਮਜ਼ਾਕ ਪਾਉਣਾ ਚਾਹੁੰਦੀ ਹੈ। ਥੈਂਕ ਯੂ ਵੈਰੀ ਮਚ, ਥੈਂਕ ਯੂ ਮਰਿੰਦਰ ਜੀ, ਥੈਂਕ ਯੂ। ਤੁਹਾਡਾ ਵਿਊ ਪੁਆਇੰਟ ਆ ਗਿਆ। ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਵਾਪਸ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲ ਦਾ ਇਤਿਹਾਸ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਵੱਡਿਆਂ ਵਡੇਰਿਆਂ ਦੀ ਕੁਰਬਾਨੀਆਂ ਨਾਲ ਹੋਂਦ ਝਾਈ ਸੰਸਥਾ ਔਰ ਦੁਨੀਆ ਭਰ 'ਚ ਵਿਲੱਖਣ ਆਪਣੀ ਹੋਂਦ ਰੱਖਦੀ ਹੈ। ਕਿਉਂ ਨਿਘਾਰ ਨੂੰ ਲੈ ਕੇ ਇਸ ਮੁੱਦੇ ਤੇ ਉੱਠ ਰਿਹਾ ਸਵਾਲ, ਇਹਨਾਂ ਮਾਮਲਿਆਂ ਦੀ ਵੀ ਆਪਾਂ ਚਰਚਾ ਜ਼ਰੂਰ ਕਰਾਂਗੇ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਡਾਕਟਰ ਸੋਹਤਾ, ਇੱਕ ਸਵਾਲ ਬਾਰ-ਬਾਰ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲਿਆਂ ਨੂੰ ਲੈ ਕੇ ਉੱਠਦਾ, ਰਾਏ ਵੱਖਰੋ ਵੱਖਰੀ ਹੋ ਸਕਦੀ ਹੈ। ਉਹ ਹੈ ਕਿ ਕੱਲ ਵੀ ਇੱਕ ਵਿਦਵਾਨਾਂ ਦਾ ਸੈਮੀਨਾਰ ਹੋਇਆ, ਉਹਨਾਂ 'ਚ ਸਵਾਲ ਉੱਠਿਆ ਹੈ, ਪਹਿਲਾਂ ਵੀ ਉੱਠਦੇ ਰਹੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਸੰਸਥਾ ਹੈ, ਉਹਦੇ ਤੇ ਜਿਹੜਾ ਹੈਗਾ ਰਾਜਸੀ ਕੁੰਡਾ ਨਹੀਂ ਹੋਣਾ ਚਾਹੀਦਾ। ਆਖਿਰ ਜਿਹੜੇ ਲੰਬਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹੈ ਜਥੇਦਾਰ ਗੁਰਚਰਨ ਸਿੰਘ ਟੌੜਾ, ਪਹਿਲਾਂ ਵੀ ਬਹੁਤ ਵੱਡੀਆਂ ਹਸਤੀਆਂ ਰਹੀਆਂ, ਉਹ ਅਕਸਰ ਅਸੀਂ ਉਹਨਾਂ ਨੂੰ ਸੁਣਦੇ ਰਹੇ ਹਾਂ। ਉਹ ਕਹਿੰਦੇ ਸੀਗੇ ਕਿ ਧਰਮ ਦਾ ਕੁੰਡਾ ਸਿਆਸਤ ਤੇ ਹੋਣਾ ਚਾਹੀਦਾ ਹੈ, ਸਿਆਸਤ ਦਾ ਕੁੰਡਾ ਧਰਮ ਤੇ ਨਹੀਂ ਹੋਣਾ ਚਾਹੀਦਾ। ਇਸ ਵੇਲੇ ਇੱਕ ਵੱਡਾ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਇਸ ਵੇਲੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਤੇ ਸਿਆਸਤ ਦਾ ਕੁੰਡਾ ਹੈਗਾ, ਜਦੋਂ ਕਿ ਅਕਾਲੀ ਦਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਧਰਮ ਤੇ ਸਿਆਸਤ ਜਿਹੜੀਆਂ ਹੈਗੀਆਂ ਦੋਨੋਂ ਨਾਲ ਨਾਲ ਚੱਲਦੀਆਂ, ਇਹਨਾਂ ਨੂੰ ਵੱਖ ਕਰਕੇ ਨਹੀਂ ਕੀਤਾ ਜਾ ਸਕਦਾ। ਜੀ ਡਾਕਟਰ ਸੋਹਤਾ ਜੀ, ਤੁਹਾਡਾ ਜਿਹੜਾ ਸਵਾਲ ਹੈਗਾ ਬੜਾ ਬਾਖੂਬੀ ਤੁਸੀਂ ਮੇਰੇ ਦਿਲ ਦੀ ਗੱਲ ਕੀਤੀ ਹੈ। ਜਿਹੜਾ ਹੁਣੇ ਕਲੇਰ ਸਾਹਿਬ ਦੀ ਗੱਲ ਕਰ ਰਹੇ ਸੀ, ਮੈਂ ਉਹਦਾ ਜਵਾਬ ਪਹਿਲਾਂ ਦੇਣਾ ਚਾਹੂੰਗੀ। ਇੰਸਟੀਟਿਊਸ਼ਨ ਬਣਾਏ ਨੇ, ਇੰਨੇ ਕਾਲਜ ਨੇ, ਯੂਨੀਵਰਸਿਟੀਜ਼ ਨੇ, ਇੰਨੇ ਮੁਲਾਜ਼ਮ ਨੇ। ਮੈਂ ਇਸ ਗੱਲ ਤੋਂ ਬੜੀ ਹੈਰਾਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਦਾ ਪ੍ਰਚਾਰ ਕਰਨਾ ਹੈ ਔਰ ਗੁਰਦੁਆਰਿਆਂ ਦੀ ਰੱਖ ਰਖਾਅ ਕਰਨੀ ਹੈ, ਔਰ ਜਿਹੜਾ ਸਮਾਜ ਹੈ ਉਹਨੂੰ ਮੋਰਲੀ ਐਥਿਕਲੀ ਉਸ ਨੂੰ ਸਟਰੋਂਗ ਕਰਨਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਜ 'ਚ ਜਾ ਕੇ ਇਹ ਦੱਸਿਆ ਕਿ ਜਪਜੀ ਸਾਹਿਬ ਦੇ ਮੀਨਿੰਗ ਕੀਤੇ ਜਾਣ, ਜਪਜੀ ਸਾਹਿਬ ਨੂੰ ਪੜ੍ਹਿਆ ਜਾਵੇ, ਆਸਾ ਦੀ ਵਾਰ ਦਾ ਮੀਨਿੰਗ ਕੀਤਾ ਜਾਵੇ, ਸਿੱਧ ਗੋਸ਼ਟ ਵਿੱਚ ਕੀ ਗੁਰੂ ਸਾਹਿਬ ਨੇ ਬਿਆਨ ਕੀਤਾ ਹੈ, ਕੀ ਉਹ ਘਰ ਘਰ ਉਹ ਕੀਤਾ ਗਿਆ ਉਹਦਾ ਪ੍ਰਚਾਰ। ਗੁਰੂ ਸਾਹਿਬ ਕਹਿੰਦੇ ਨੇ, ਗੁਰਬਾਣੀ ਕਹਿੰਦੀ ਹੈ, ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ। ਆਇਰਨਿਕਲੀ ਕਿ ਜਿਹੜੀ ਸਾਡੀ ਕਮੇਟੀ ਹੈ वो कहती है कि हमने ये कर दिया, हमने वो कर दिया, हमने इतने मुलाजम रख दिया, हमने इतने तनख्वाह दे दी। बड़ा ही अफसोस होता है कि ਇਹ ਕਿਵੇਂ ਦੀਆਂ ਗੱਲਾਂ ਹੋ ਰਹੀਆਂ ਨੇ। ਦੂਸਰਾ ਹੈਗਾ ਜਿਹੜਾ ਸਿਆਸਤ ਦਾ ਜਿਹੜਾ ਕੁੰਡਾ ਹੈਗਾ ਧਰਮ ਦੇ ਉੱਪਰ, ਇਹ ਬੜਾ ਅਨਫੋਰਚੂਨੇਟ ਹੈ ਜਿਹੜਾ ਮੀਰੀ ਤੇ ਪੀਰੀ ਦਾ ਜਿਹੜਾ ਸਹਾਰਾ ਲਿਆ ਜਾ ਰਿਹਾ ਹੈ। ਤੁਸੀਂ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਨਾ ਬਣਦਾ ਹੈਗਾ, ਜਿਨ੍ਹਾਂ ਨੇ ਜਿਸ ਟਾਈਮ ਤੇ ਇਸ ਚੀਜ਼ ਨੂੰ ਉਹਨਾਂ ਨੇ ਕਿਹਾ ਸੀਗਾ,
ਉਹਨਾਂ ਨੇ ਇਹ ਕਿਹਾ ਸੀਗਾ ਕਿ ਸਿਆਸਤ ਜਿਹੜੀ ਹੈ ਉਹਦੇ ਉੱਪਰ ਧਰਮ ਦਾ ਕੁੰਡਾ ਹੋਣਾ ਚਾਹੀਦਾ ਹੈ, ਤਾਂ ਕਿ ਆਪ ਆਗਾ ਕੰਮ ਨਾ ਹੋ ਜਾਏ, ਨਾ ਕਿ ਜਿਹੜਾ ਡਾਕਟਰ ਸੋਤਾ ਮੈਂ ਤੁਹਾਨੂੰ ਵਿੱਚੋਂ ਟੋਕੇ ਸਵਾਲ ਲੈਣਾ ਪੈ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਪ੍ਰਧਾਨ ਇਹੋ ਜਿਹੇ ਹੋਏ ਹੈ ਜਿਹੜੇ ਕਿ ਮੰਤਰੀ ਮੰਡਲ ਦੇ ਅੰਦਰ ਮੈਂਬਰ ਵੀ ਰਹੇ ਹੈ। ਜਿਹੜੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਉਹ ਖੁਦ ਵੀ ਪੋਲਿਟਿਕਸ ਦੇ ਵਿੱਚ ਰਹੇ ਹੈ। ਸੋ ਇਸ ਤਰ੍ਹਾਂ ਬੜਾ ਆਪਸ ਵਿੱਚ ਇਹ ਮਾਮਲਾ ਬੜਾ ਰਲਗੜ ਹੋ ਗਿਆ। ਕਦੇ ਕੈਬਨਿਟ ਮੰਤਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਆ, ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁੜ ਕੇ ਪੋਲਿਟਿਕਸ 'ਚ ਆ ਕੇ ਚੋਣਾਂ ਲੜਦੇ ਆ। ਇਹ ਮਾਮਲਾ ਬਹੁਤ ਹੀ ਆਪਸ ਵਿੱਚ ਰਲਗੜ ਨਜ਼ਰ ਆ ਰਿਹਾ। ਦੇਖੋ ਜਿਹੜੀਆਂ ਇਲੈਕਸ਼ਨਸ ਨੇ, ਤੁਹਾਨੂੰ ਸਾਨੂੰ ਜਾਂ ਕਿਹਨੂੰ ਨਹੀਂ ਪਤਾ ਕਿ ਇਲੈਕਸ਼ਨ ਆਮ ਇਲੈਕਸ਼ਨ ਵਰਗੀਆਂ ਐਸਜੀਪੀਸੀ ਦੀਆਂ ਹੋ ਗਈਆਂ ਨੇ, ਜਿੱਥੇ ਕਿ ਸਭ ਕੁਝ ਹੀ ਫਾਊਲ ਫੇਅਰ ਮੀਨਸ ਇਸਤੇਮਾਲ ਹੁੰਦੇ ਨੇ, ਇਸ ਤਰ੍ਹਾਂ ਬਾਕੀ ਇਲੈਕਸ਼ਨ ਤੇ ਹੁੰਦੀਆਂ ਨੇ। ਕਿ ਇਹ ਅਨਫੋਰਚੂਨੇਟ ਗੱਲ ਨਹੀਂ ਹੈ ਕਿ ਜਿਹੜੇ ਗੁਰਦੁਆਰੇ ਨੇ ਇਹ ਨਿਰੋਲ ਜਿਹੜੇ ਸਿੱਖ ਧਰਮ 'ਚ ਬਿਲੀਵ ਕਰਦੇ ਨੇ, ਜਿਨ੍ਹਾਂ ਦਾ ਕੇਵਲ ਤੇ ਕੇਵਲ ਅਕੀਦਾ ਧਰਮ ਔਰ ਧਰਮ ਦਾ ਪ੍ਰਚਾਰ ਹੈਗਾ, ਭਾਵੇਂ ਸਾਡੇ ਗੁਰਦੁਆਰਿਆਂ ਦੀਆਂ ਬੇਸਿਕ ਯੂਨਿਟਸ ਨੇ, ਭਾਵੇਂ ਪਿੰਡ ਦੀਆਂ ਯੂਨਿਟਸ ਨੇ, ਭਾਵੇਂ ਵੱਡੀਆਂ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇਹ ਕੌਨਫੀਡੈਂਸ ਲੈ ਕੇ ਉਹਨਾਂ ਦਾ ਇਹ ਕੰਮ ਹੈਗਾ, ਨਾ ਕਿ ਸਿਆਸਤਦਾਨ ਜਿਹੜੇ ਨੇ ਉਹਦੇ ਤੇ ਅਧਿਕਾਰ ਜਮਾ ਕੇ ਆਪਣਾ ਜਿਹੜਾ ਹੈਗਾ ਆਪਣੇ ਉਹ ਜਿਹੜੇ ਐਂਡਸ ਆਪਣੇ ਉਹ ਮੀਟ ਕਰਨ ਲੱਗੇ ਨੇ, ਆਪਣਾ ਸਵਾਰਥ ਜਿਹੜਾ ਪੂਰਾ ਕਰਨ ਲੱਗੇ ਨੇ। ਉੱਥੇ ਸੇਵਾਦਾਰ ਚਾਹੀਦੇ ਨੇ, ਉੱਥੇ ਸਿਆਸਤਦਾਨ ਨਹੀਂ ਚਾਹੀਦੇ। ਕਿਹਾ ਇਹ ਜਾਂਦਾ ਕਿ ਸੇਵਾ ਹੁੰਦੀ ਹੈ, ਲੇਕਿਨ ਆਮ ਸੌਰੀ ਟੂ ਸੇ ਹੁੰਦੀ ਲੁੱਟ ਹੈ ਉੱਥੇ। ਇਹ ਤੋਂ ਮੈਂ ਹੋਰ ਅੱਗੇ ਸ਼ਬਦ ਕੀ ਕਹਿ ਸਕਦੀ ਹਾਂ। ਜਿੱਥੇ ਗੁਰੂ ਦੀਆਂ ਗੋਲਕਾਂ ਦੀ ਲੁੱਟ ਹੁੰਦੀ ਹੈ, ਲੁੱਟ ਹੀ ਹੋ ਜਦੋਂ ਉਹਦਾ ਇਸਤੇਮਾਲ ਠੀਕ ਨਹੀਂ ਹੋਣਾ। ਜਿਸ ਵਾਸਤੇ ਉਹ ਗੋਲਕਾਂ ਹੈਗੀਆਂ ਧਾਰਮਿਕ ਪ੍ਰਚਾਰ ਲਈ, ਗੁਰਦੁਆਰਿਆਂ ਦੇ ਰੱਖ ਰਖਾਵ ਲਈ, ਗੁਰਬਾਣੀ ਦੇ ਪ੍ਰਚਾਰ ਲਈ, ਅੱਜ ਸਾਡਾ ਯੁਵਕ ਜਿਹੜਾ ਹੈਗਾ ਉਹ ਇਹਨਾਂ ਨਿਗਾਰ ਵੱਲ ਚਲਾ ਗਿਆ। ਚਿੱਟਾ ਤੇ ਇਹ ਤੇ ਉਹ ਅਸੀਂ ਤਾਂ ਕਦੇ ਜ਼ਿੰਦਗੀ ਸੁਣਿਆ ਨਹੀਂ ਸੀ ਕਿ ਜਿਹੜਾ ਹੁਣ ਜਿਹੜਾ ਹੈਗਾ ਨਸ਼ਿਆਂ ਨਾਲ ਡਾਕਟਰਸ ਵੀ ਕਹਿ ਰਹੇ ਨੇ ਕਿ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਖਤਮ ਹੋ ਰਹੀ ਹੈ। ਇਹ ਸਭ ਹੋ ਰਹੀ ਹੈ ਕਿ ਅੱਗੇ ਉਹਦਾ ਫਿਊਚਰ ਹੀ ਕੋਈ ਨਹੀਂ ਰਹਿ ਗਿਆ। ਸੋ ਅਸੀਂ ਕੀ ਕੀਤਾ, ਕੀ ਪਾਇਆ ਉਹ ਸਾਨੂੰ ਐਨਾਲਿਸਿਸ ਕਰਨ ਦੀ ਲੋੜ ਹੈ ਜੀ ਡਾਕਟਰ ਸਾਹਿਬ ਤੁਹਾਡਾ ਵਿਊ ਪੁਆਇੰਟ ਆ ਗਿਆ। ਕਲੇਰ ਜੀ ਤੁਸੀਂ ਡਾਕਟਰ ਸੋਤਾ ਦਾ ਵਿਊ ਪੁਆਇੰਟ ਸੁਣਿਆ ਹੀ ਹੈ। ਉਹਨਾਂ ਨੇ ਪ੍ਰਬੰਧ ਨੂੰ ਲੈ ਕੇ ਬਹੁਤ ਵੱਡਾ ਸਵਾਲ ਕੀਤਾ ਕਿ ਸੇਵਾ ਦੇ ਨਾਂ ਤੇ ਉੱਥੇ ਲੁੱਟ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਗੋਲਕਾਂ ਦੀ ਲੁੱਟ ਦੀ ਗੱਲ ਤਾਂ ਕੀਤੀ ਹੈ, ਪਰ ਅਚੇਚੇ ਤੌਰ ਤੇ ਉਹਨਾਂ ਨੇ ਰਾਜਨੀਤੀ ਦੇ ਮੁੱਦੇ ਨੂੰ ਵੀ ਉਠਾਇਆ ਹੈ ਕਿ ਰਾਜਨੀਤੀ ਦਾ ਇਸ ਵੇਲੇ ਗਲਬਾ ਜਿਹੜਾ ਹੈਗਾ ਧਰਮ ਦੇ ਉੱਤੇ ਹੈ, ਜਦੋਂ ਕਿ ਧਰਮ ਦਾ ਗਲਬਾ ਰਾਜਨੀਤੀ ਤੇ ਹੋਣਾ ਚਾਹੀਦਾ ਹੈ। ਜੀ ਕਲੇਰ ਜੀ। ਮੈਂ ਜਗਤਾਰ ਜੀ ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਸਾਹਿਬ ਬੜੇ ਸਤਿਕਾਰਯੋਗ ਨੇ, ਮੈਂ ਇਹਨਾਂ ਦੀ ਗੱਲਾਂ ਦਾ ਜਵਾਬ ਦਿੰਦਾ। ਮੈਂ ਇਹ ਗੱਲ ਕਹਿਣਾ ਕਿ ਪਹਿਲੀ ਤਾਂ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ ਇਹ ਸਾਨੂੰ ਗੁਰੂਆਂ ਨੇ ਦਿੱਤਾ। ਔਰ ਅਗਰ ਆਪਾਂ ਇਹ ਅੱਜ ਗੱਲ ਕਰੀਏ, ਸ਼੍ਰੋਮਣੀ ਜਿਹੜਾ ਅਕਾਲੀ ਦਲ ਹੈ ਇਹਦਾ ਜਨਮ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਹੀ, ਕਿ ਜਦੋਂ ਇਹ ਮਹਿਸੂਸ ਹੋਇਆ ਕਿ ਇੱਕ ਰਾਜਸੀ ਧਿਰ ਵੀ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਆਪਣੇ ਮਸਲੇ ਸੁਲਝਾ ਸਕਦੇ ਹਾਂ, ਫੇਰ ਹੀ ਇੱਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਜਨਮ ਹੋਇਆ। ਔਰ ਜਿੰਨੀਆਂ ਅੱਜ ਤੁਸੀਂ ਦੇਖਦੇ ਹੋ ਕਿ ਸਿੱਖਾਂ ਦੇ ਨਾਂ ਤੇ ਯਾਦਗਾਰਾਂ ਨੇ, ਜਿੰਨਾ ਵੀ ਵਿਰਾਸਤ ਦੇ ਸਾਂਭ ਸੰਭਾਲ ਦਾ ਕੰਮ ਹੋਇਆ ਉਹ ਤਾਂ ਹੀ ਪੋਸੀਬਲ ਹੋ ਸਕਿਆ ਜੇ ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਅਗਰ ਸਰਕਾਰ ਨਾ ਹੁੰਦੀ ਤਾਂ ਆਪਾਂ ਇਹ ਗੱਲਾਂ ਵੀ ਨਹੀਂ ਕਰ ਸਕਦੇ ਸੀ। ਔਰ ਦੂਜੇ ਪਾਸੇ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਅਗਰ ਗੁਰੂ ਦੀ ਗੋਲਕ ਦੀ ਲੁੱਟ ਦੀ ਗੱਲ ਕਰੀ ਜਾ ਰਹੀ ਹੈ ਤਾਂ ਮੈਂ ਫੇਰ ਦੁਬਾਰਾ ਕਿਹਾ ਕਿ ਜਦੋਂ ਐਸੇ ਵਿਦਵਾਨ ਇਹ ਗੱਲਾਂ ਕਹਿੰਦੇ ਨੇ ਤਾਂ ਫਿਰ ਆਪਦੇ ਮਨ ਨੂੰ ਵੀ ਦੁੱਖ ਹੁੰਦਾ ਹੈ ਕਿ ਐਡੀ ਵੱਡੀ ਸੰਸਥਾ ਇਹਦੀ ਇਹ ਗੱਲ ਕਿਉਂ ਨਹੀਂ ਕੀਤੀ ਜਾਂਦੀ ਕਿ ਜਦੋਂ ਇਸ ਟਾਈਮ ਕੋਵਿਡ ਦੇ ਵਿੱਚ ਦੁੱਖ ਦਾ ਪਹਾੜ ਲੋਕਾਂ ਤੇ ਟੁੱਟਿਆ ਸੀ, ਰੋਜ਼ ਦਾ 1.25 ਤੋਂ 1.5 ਲੱਖ ਲੋਕਾਂ ਦਾ ਲੰਗਰ ਇਹੀ ਸੰਸਥਾ ਚਲਾ ਰਹੀ ਸੀ। ਕੀ ਉਹ ਗੁਰੂ ਦੀ ਗੋਲਕ ਦੀ ਲੁੱਟ ਹੈ? ਅਗਰ ਐਜੂਕੇਸ਼ਨ ਇੰਸਟੀਟਿਊਸ਼ਨ ਅਸੀਂ ਚਲਾ ਰਹੇ ਹਾਂ ਤਾਂ ਕੀ ਇਹ ਗੁਰੂ ਦੀ ਗੋਲਕ ਦੀ ਲੁੱਟ ਹੈ? ਅਗਰ ਹਸਪਤਾਲ ਚਲਾਏ ਜਾ ਰਹੇ ਨੇ ਤਾਂ ਕੀ ਇਹ ਗੁਰੂ ਦੀ ਗੋਲਕ ਦੀ ਲੁੱਟ? ਔਰ ਜਿਸ ਤਰ੍ਹਾਂ ਦੇ ਸਵਾਲ ਸੋਹਤਾ ਸਾਹਿਬ ਨੇ ਸਮਾਜ ਤੇ ਖੜੇ ਕੀਤੇ ਨੇ ਕਿ ਨਸ਼ੇ ਦੇ ਵੱਲ ਜਾ ਰਹੇ ਨੇ, ਚਿੱਟੇ ਦੇ ਵੱਲ ਜਾ ਰਹੇ ਨੇ, ਇਹਦੇ ਲਈ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਧਿਰ ਨਹੀਂ ਹੈਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਚਾਰ ਦਾ ਕੰਮ ਕਰ ਰਹੀ ਹੈ। ਧਰਮ ਪ੍ਰਚਾਰ ਦਾ ਕੰਮ ਕਰ ਰਹੀ ਹੈ। ਕਿਤੇ ਨਾ ਕਿਤੇ ਜਿਹੜੀਆਂ ਸਮਾਜਿਕ ਕੁਰੀਤੀਆਂ ਨੇ, ਮੈਂ ਗੱਲ ਫੇਰ ਦੁਬਾਰਾ ਕਹਿੰਦਾ, ਕਿਤੇ ਨਾ ਕਿਤੇ ਸਮਾਜਿਕ ਕੁਰੀਤੀਆਂ ਨੇ, ਉਹ ਤੁਹਾਡੇ ਵਰਗੇ ਵਿਦਵਾਨ ਬੰਦੇ ਵੀ ਅੱਗੇ ਆ ਕੇ ਸਮਾਜ ਦੇ ਵਿੱਚ ਵਿਚਰਨਗੇ ਤਾਂ ਇਹ ਘਟਣਗੀਆਂ। ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਆਪਣੇ ਬਿਜ਼ੀ ਸ਼ਡਿਊਲ ਚੋਂ ਥੋੜਾ ਸਮਾਂ ਕੱਢੋ ਤੇ ਸਮਾਜ ਦੀ ਕੁਰੀਤੀ ਤੁਸੀਂ ਕਰਦੇ ਵੀ ਹੋਵੋਗੇ, ਤੁਸੀਂ ਅੱਗੇ ਵੀ ਕਰੋਗੇ ਤਾਂ ਉਹਦੀ ਸਾਡੇ ਯੁਵਕ ਨੂੰ ਸੇਧ ਮਿਲੂਗੀ। ਪਰ ਜੋ ਆਪਾਂ ਗੱਲ ਕਰ ਰਹੇ ਹਾਂ
ਮੈਂ ਸਿਰਫ ਇੱਕ ਗੱਲ ਵਾਲੀ ਗੱਲ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ਾਨਾ ਮੱਤਾ ਇਤਿਹਾਸ ਸੀ, ਹੈਗਾ ਤੇ ਰਹੇਗਾ, ਔਰ ਸਿੱਖ ਇਕਤਾ ਦਿਖਾਉਣ, ਆਪਣੀ ਇਹ ਸੰਸਥਾ ਨੂੰ ਮਜ਼ਬੂਤ ਕਰਨ। ਓਕੇ ਡਾਕਟਰ ਸੋਤਾ, ਤੁਸੀਂ ਜਵਾਬ ਦੇਣਾ ਚਾਹੁੰਦੇ ਸੀ? ਡਾਕਟਰ ਸੋਤਾ। ਹਾਂਜੀ, ਮੈਂ ਤੇ ਕਹਿੰਨੀ ਆ ਕਿ ਦੇਖੋ 100 ਗਜ ਰੱਸਾ ਸਿਰੇ ਤੇ ਗੰਢ, ਜਿਹੜੀ SGPC ਹੈ ਉਹ ਸਿਆਸਤ ਮੁਕਤ ਹੋਣੀ ਅੱਜ ਦੀ ਸਮੇਂ ਦੀ ਮੁੱਖ ਮੰਗ ਹੈਗੀ ਹੈ। ABC ਕੋਈ ਵੀ ਹੋਵੇ, ਸਾਡਾ ਕਿਸੇ ਵਿਅਕਤੀ ਵਿਸ਼ੇਸ਼ ਨਾਲ, ਕਿਸੇ ਪਾਰਟੀ ਨਾਲ, ਕਿਸੇ ਪਰਿਵਾਰ ਨਾਲ ਸੱਚਮੁੱਚ ਹੀ ਕੋਈ ਲੈਣ ਦੇਣ ਨਹੀਂ। ਅਸੀਂ ਬਿਲਕੁਲ ਜਿਸ ਤਰ੍ਹਾਂ ਕਲੇਰ ਸਾਹਿਬ ਕਹਿੰਦੇ ਨੇ, ਇੱਕ ਅਸੀਂ ਐਜੂਕੇਸ਼ਨਿਸਟ ਹੋਣ ਦੇ ਨਾਤੇ ਸਮਾਜ ਦਾ ਭਲਾ ਮੰਗਦੇ ਹੋਏ ਅਸੀਂ ਦੋ ਵੇਲੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇੰਨੀਆਂ ਕੁਰਬਾਨੀਆਂ ਦੇ ਕੇ ਇਤਿਹਾਸ ਸਿਰਜਿਆ, ਇੰਨਾ ਫਖਰ ਇਸ ਕੌਮ ਨੂੰ ਦਿੱਤਾ, ਲੇਕਿਨ ਉਹ ਫਖਰ ਕਿਸੇ ਵਿਅਕਤੀ ਨੂੰ ਮਿਲ ਜਾਂਦਾ, ਕੌਮ ਨੂੰ ਨਹੀਂ, ਕਿਸੇ ਵਿਅਕਤੀ ਨੂੰ ਮਿਲੀ ਜਾਂਦਾ। ਲੇਕਿਨ ਮੈਂ ਚਾਹੁੰਦੀ ਹਾਂ ਕਿ ਆਪਣੇ ਆਪ ਹੀ ਜਿਹੜਾ ਹੈਗਾ, ਅਗਰ ਹਰ ਬੱਚੇ ਦੀ ਜ਼ਬਾਨ ਤੇ ਚੀਜ਼ ਹੈ ਤਾਂ ਕੀ ਫਰਕ ਪੈਂਦਾ ਜੇ ਆਪਾਂ ਹਟ ਕੇ ਪਿੱਛੇ ਹਟ ਜਾਈਏ। ਲੈਟ ਅਦਰ ਪੀਪਲ ਕਮ ਇਨ, ਜਿਹੜੇ ਬਿਲਕੁਲ ਨਿਰੋਲ ਧਾਰਮਿਕ ਖਿਆਲਾਂ ਦੇ ਨੇ, ਧਾਰਮਿਕ ਆਪਣਾ ਚਲਾ ਸਕਦੇ ਨੇ। ਆਪਣਾ ਜੇ ਕੋਈ ਆਪਣਾ ਇੱਕ ਤਜਰਬਾ, ਇੱਕ ਮਿੰਟ ਜੀ, ਆਪਣਾ ਅਗਰ ਤਜਰਬਾ ਇੱਕ ਕੋਈ ਫੇਲ ਹੋਇਆ ਹੈ ਤੇ ਵਾਈ ਕਾਂਟ ਵੀ ਟਰਾਈ ਅਨਦਰ ਵਨ, ਕਿ ਅਸੀਂ ਉਸ ਵਿੱਚ ਫੇਲ ਹੋਏ ਆ, ਸਾਨੂੰ ਲੋਕਾਂ ਨੇ ਉਂਗਲੀਆਂ ਕੀਤੀਆਂ। ਹੁਣੇ ਗੱਲ ਹੋਈ ਸੀ ਕਿ ਲਿਫਾਫੇ ਚੋਂ ਪ੍ਰਧਾਨ ਨਿਕਲਦਾ, ਇਹ ਵੋ। ਅਗਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤਾਂ ਇੱਕ ਜਗ੍ਹਾ ਨਹੀਂ ਹੋ ਰਹੀਆਂ, ਇਟਸ ਯੂਨੀਵਰਸਲ ਓਵਰ ਦਾ ਵਰਲਡ ਇਹ ਗੱਲਾਂ ਹੋ ਰਹੀਆਂ ਨੇ। ਤੇ ਸਾਨੂੰ ਆਪਣੇ ਇਸ ਹਿੱਤ ਦੇ ਵਾਸਤੇ, ਨਿੱਜੀ ਹਿੱਤ ਨੂੰ ਤਿਆਗ ਕੇ ਸਾਨੂੰ ਸਮੂਹਿਕ ਹਿੱਤ ਦੇ ਵਾਸਤੇ ਸਿੱਧੂ ਸਾਹਿਬ ਸਾਨੂੰ ਜ਼ਰੂਰ ਆਪਣੀ ਵੱਡਾ ਦਿਲ ਦਿਖਾਉਣਾ ਚਾਹੀਦਾ। ਬ੍ਰੇਵ ਹਾਰਟ। ਮਿਹਰਬਾਨੀ ਡਾਕਟਰ ਸਾਹਿਬ, ਤੁਹਾਡੀ ਗੱਲ ਆ ਗਈ। ਡਾਕਟਰ ਸਾਹਿਬ ਬਹੁਤ ਮਿਹਰਬਾਨੀ ਜੀ, ਮਿਹਰਬਾਨੀ। ਅਮਰਿੰਦਰ ਜੀ ਜੋ ਰਾਜਨੀਤੀ ਤੇ ਧਰਮ ਦੀ ਗੱਲ ਕਰਦੇ ਆ, ਤੁਸੀਂ ਵੀ ਇਸ ਮੁੱਦੇ ਤੇ ਜ਼ਰੂਰ ਆਪਣੇ ਕਮੈਂਟਸ ਦੇਣ ਦੀ ਇੰਤਜ਼ਾਰ ਕਰ ਰਹੇ ਸੀ, ਕੀ ਕਹੋਗੇ? ਮੈਂ ਦੇਖੋ, ਕਲੇਰ ਸਾਹਿਬ ਨੇ ਕਿਹਾ ਕਿ ਸਾਡੇ ਇੰਨੇ ਮੁਲਾਜ਼ਮ ਹੈ, ਸਾਡਾ ਇਹ ਹੈ, ਸਾਡਾ ਉਹ ਹੈ, ਕੋਵਿਡ ਦੀ ਗੱਲ ਕੀਤੀ ਇਹਨਾਂ ਨੇ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ ਕਿੰਨੇ ਮਹੀਨੇ ਹੋ ਗਏ 90% ਤੋਂ ਵੱਧ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦਿੱਤੀਆਂ ਗਈਆਂ ਐਜੂਕੇਸ਼ਨ ਇੰਸਟੀਚਿਊਟਸ ਦੇ ਵਿੱਚ। ਤੇ ਇਹ ਕੀ ਹੈ? ਇਹ ਮਿਸਮੈਨੇਜਮੈਂਟ ਨਹੀਂ ਤਾਂ ਇਹ ਹੋਰ ਕੀ ਹੈ? ਜਿਹੜੀ ਕੋਵਿਡ ਦੀ ਤੁਸੀਂ ਗੱਲ ਕਰਦੇ ਹੋ, ਜਾਲੀ ਬਿੱਲ ਕਿੰਨੇ ਫੜੇ ਗਏ ਤੁਹਾਡੇ ਮੈਨੇਜਰਾਂ ਦੇ? ਤਖਤ ਕੇਸਗੜ੍ਹ ਸਾਹਿਬ ਦੇ ਬੰਦਿਆਂ ਨੂੰ ਸਸਪੈਂਡ ਕੀਤਾ ਗਿਆ। ਸੋ ਇਸ ਤਰੀਕੇ ਦੀ ਜਿਹੜੀ ਤੁਸੀਂ ਮਿਸਮੈਨੇਜ ਕੀਤੀ ਹੈ, ਕੋਵਿਡ ਦੇ ਨਾਂ ਥੱਲੇ ਤੁਸੀਂ ਲੁੱਟ ਪਾਈ ਹੈ, ਉਹ ਵੀ ਸਾਰੀ ਪਬਲਿਕ ਜਾਣਦੀ ਹੈ। ਤੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬਈ ਅਸੀਂ ਸਾਡੀ ਪੰਥਕ ਪਾਰਟੀ ਹੈ, ਮੈਂ ਤੁਹਾਨੂੰ ਆਪਣੇ ਬਿਲਕੁਲ ਗੁਆਂਢੀ ਮੋਹਾਲੀ ਸੂਬੇ ਦੀ ਮੈਂ ਗੱਲ ਦੱਸਣਾ ਚਾਹੁੰਦਾ ਕਿ ਜਦੋਂ 2011 ਦੀ ਇਲੈਕਸ਼ਨ ਹੋਈ ਹੈ, ਉੱਥੇ ਦਾ ਇੰਚਾਰਜ NK ਸ਼ਰਮਾ ਬਣਾਇਆ ਹੋਇਆ ਕਿ ਉਹ ਡਿਸਾਈਡ ਕਰੇਗਾ, NK ਸ਼ਰਮਾ ਡਿਸਾਈਡ ਕਰੇਗਾ ਕਿ ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਕੌਣ ਹੋਏਗਾ, ਤੇ ਸਾਰੀ ਕੰਪੇਨ ਉਹਨੂੰ ਇੰਚਾਰਜ ਬਣਾਇਆ ਹੋਇਆ ਹੈ। ਸੋ ਇਸ ਤਰੀਕੇ ਦੀਆਂ ਗੱਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਤੇ ਫਿਰ ਵੀ ਕਹੀ ਜਾ ਰਿਹਾ ਕਿ ਅਸੀਂ ਪੰਥਕ ਪਾਰਟੀਆਂ, ਤੇ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਕਹਿੰਦਾ ਅਸੀਂ ਪੰਜਾਬੀ ਪਾਰਟੀਆਂ। ਸੋ ਇਹਦੇ ਜਿਹੜਾ ਦੋਹਰਾ ਚਿਹਰਾ ਹੈਗਾ, ਤੁਸੀਂ ਕਿਉਂ ਕਰਨਾ ਚਾਹੁੰਦੇ ਹੋ? ਇੱਕ ਪਾਸੇ ਕਿਉਂ ਨਹੀਂ ਖੜੇ ਹੁੰਦੇ? ਇਹ ਗੱਲ ਜਿਹੜੀ ਹੈ ਕਲੀਅਰ ਕਰੋ। ਤੇ ਐਸਾ ਕੀ ਲਾਲਚ ਹੈ ਤੁਹਾਨੂੰ ਕਿ ਤੁਸੀਂ ਦੋਨੋਂ ਹੱਥਾਂ ਦੇ ਵਿੱਚ ਲੱਡੂ ਰੱਖਣਾ ਚਾਹੁੰਦੇ ਹੋ? ਇੱਕ ਚੀਜ਼ ਛੱਡ ਦਿਓ, ਜਾਂ ਇਹ ਛੱਡ ਦਿਓ ਜਾਂ ਉਹ ਛੱਡ ਦਿਓ। ਇਹ ਡਿਊਲ ਫੇਸ ਜਿਹੜਾ ਹੈਗਾ ਜ਼ਿਆਦਾ ਦੇਰ ਨਹੀਂ ਚੱਲੇਗਾ। ਪਬਲਿਕ ਇਸ ਤੋਂ ਅੱਕ ਚੁੱਕੀ ਹੈ ਤੇ ਇਹਨਾਂ ਨੂੰ, ਜਿਵੇਂ ਡਾਕਟਰ ਸਾਹਿਬ ਨੇ ਕਿਹਾ, ਕਿ ਐਕਸੈਪਟ ਕਰ ਲੈਣਾ ਚਾਹੀਦਾ ਹੈ ਕਿ ਦੂਜਿਆਂ ਨੂੰ ਵੀ ਚਾਂਸ ਦਿਓ, ਵੀ ਸ਼ਾਇਦ ਤੁਹਾਡੇ ਤੋਂ ਬੈਟਰ ਕੋਈ ਗਵਰਨ ਕਰ ਸਕੇ, ਤੇ ਜਿੰਨੀਆਂ ਵੀ ਮਤਲਬ ਪ੍ਰੋਬਲਮਸ ਹੈਗੀਆਂ ਸ਼ਾਇਦ ਕੋਈ ਉਹਨਾਂ ਚੋਂ ਕੋਈ ਹੱਲ ਨਿਕਲ ਸਕੇ, ਇਸ ਕੁਐਗਮਾਇਰ ਦੇ ਵਿੱਚੋਂ ਜਿਹੜੀ ਹੈ ਸਿੱਖ ਸੰਗਤ ਜਿਹੜੀ ਬਾਹਰ ਨਿਕਲ ਸਕੇ। ਇਦਾਂ ਦਾ ਕੋਈ ਉਪਰਾਲਾ ਕਰਨਾ ਚਾਹੀਦਾ। ਥੋੜਾ ਇਹਨਾਂ ਨੂੰ ਵੱਡਾ ਦਿਲ ਦਿਖਾ ਕੇ ਇਹ ਜਿੱਦ ਛੱਡ ਦੇਣੀ ਚਾਹੀਦੀ ਹੈ ਕਿ ਸਾਡੇ ਤੋਂ ਮਤਲਬ ਕੋਈ ਸੁਪੀਰੀਅਰ ਹੈ ਹੀ ਨਹੀਂ ਹੈ, ਸਾਡੇ ਤੋਂ ਵੱਡਾ ਮੈਨੇਜਰ ਕੋਈ ਨਹੀਂ ਹੈ, ਸਾਡਾ ਇਹ ਜਨਮ ਸਿੱਧ ਅਧਿਕਾਰ ਹੈ ਕਿ ਅਸੀਂ ਹੀ ਇਹਨੂੰ ਮੈਨੇਜ ਕਰਾਂਗੇ, ਭਾਵੇਂ ਅਸੀਂ ਪੰਜਾਬੀ ਪਾਰਟੀ ਬਣ ਜਾਈਏ, ਭਾਵੇਂ ਅਸੀਂ ਕੋਈ ਪਾਰਟੀ ਬਣ ਜਾਈਏ, ਲੇਕਿਨ ਅਸੀਂ ਇਹ ਛੱਡਾਂਗੇ ਨਹੀਂ। ਸੋ ਇਹ ਜਿਹੜੀ ਚੀਜ਼ ਜੀ ਅਮਰਿੰਦਰ ਜੀ ਉਹ ਕਹਿੰਦੇ ਹੋਣਾ ਚਾਹੀਦਾ ਹੈ। ਅਮਰਿੰਦਰ ਜੀ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇਹ ਗੱਲ ਦਾ ਜਿਹੜਾ ਜਵਾਬ ਜ਼ਰੂਰ, ਜਿਹੜਾ ਬਾਰ-ਬਾਰ ਇਹ ਵੀ ਮਾਮਲਾ ਉੱਠਦਾ ਹੈ, ਉਹ ਕਹਿੰਦੇ ਆ ਕਿ ਇਹ ਤਾਂ ਡੈਮੋਕ੍ਰੈਟਿਕ ਵੇ ਹੈ, ਚੁਣੇ ਹੋਏ ਨੁਮਾਇੰਦੇ ਜਿਹੜੀ ਹੈਗੀ ਸੰਸਥਾ ਦੇ ਵਿੱਚ ਆਉਂਦੇ ਹੈ, ਇਸ ਕਰਕੇ ਫੈਸਲਾ ਤਾਂ ਸਿੱਖ ਸੰਗਤ ਨੇ ਕਰਨਾ ਹੈ, ਜੋ ਉਹਨਾਂ ਨੇ ਪ੍ਰਬੰਧ ਸੌਂਪਿਆ ਉਹਦੇ ਮੁਤਾਬਕ ਅਸੀਂ ਸੰਭਾਲਦੇ ਹਾਂ। ਨਹੀਂ, ਇਹ ਉਹਦੇ ਚ ਅਨਫੇਅਰ ਮੀਨਸ ਯੂਜ਼ ਕਰਕੇ ਉਹਨੂੰ ਬਣਦੇ ਆ। ਮੈਂ ਤੁਹਾਨੂੰ ਹੁਣੇ ਗੱਲ ਕੀਤੀ ਹੈ ਕਿ NK ਸ਼ਰਮਾ ਨੂੰ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੋਹਾਲੀ ਹਲਕੇ ਦਾ ਇੰਚਾਰਜ ਬਣਾਇਆ ਹੋਇਆ। ਸੋ ਇਹ ਕਿੱਧਰ ਦੀ ਪੰਥਕ ਪਾਰਟੀ ਹੈ? ਕਿੰਨੀ ਦੇਰ ਤੱਕ ਤੁਸੀਂ ਤੁਸੀਂ ਗਵਰਨਮੈਂਟ ਕਹਿ ਰਹੇ ਹੋ ਕਿ ਇਲੈਕਸ਼ਨ ਨਾ ਹੋਣ ਦਿਓ, ਉਧਰ ਇਲੈਕਸ਼ਨ ਨਹੀਂ ਹੋਣ ਦੇ ਰਹੇ, ਇਲੈਕਸ਼ਨ ਕਮਿਸ਼ਨਰ ਨਹੀਂ ਲੱਗਣ ਦੇ ਰਹੇ। ਜੀ ਕਲੇਰ ਜੀ, ਮੈਂ ਸਰਕਾਰ ਦੇ ਨਾਲ ਮਿਲ ਕੇ ਜੀ ਕਲੇਰ ਜੀ ਇੰਤਜ਼ਾਰ ਕਰ ਰਿਹਾ। ਕਲੇਰ ਜੀ, ਜਿਸ ਮੁੱਦੇ ਤੇ ਅਮਰਿੰਦਰ ਜੀ ਨੇ ਕਿਹਾ, ਉਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਜਵਾਬ ਦੇਣਾ ਚਾਹੁੰਦੇ ਹੋ? ਮੈਂ ਤਾਂ ਅੱਜ ਪਹਿਲੀ ਵਾਰੀ ਬਹੁਤ ਹੈਰਾਨ ਆ ਕਿ ਸਰਦਾਰ ਅਮਰਿੰਦਰ ਸਿੰਘ ਜੀ ਕਹਿੰਦੇ ਕਿ NK ਸ਼ਰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੋਹਾਲੀ ਜ਼ਿਲ੍ਹੇ ਦਾ ਇੰਚਾਰਜ ਹੈ। ਮੈਨੂੰ ਤਾਂ ਬਿਲਕੁਲ ਨਹੀਂ, ਯੂ ਵਿਲ ਨਾਟ, ਤਾਥੀਨ ਗੱਲ ਹੈ। ਕੋਈ ਗਲਤ ਗੱਲ ਨਹੀਂ ਹੈ। ਉਹ ਮੋਹਾਲੀ ਜ਼ਿਲ੍ਹੇ ਦਾ ਇੰਚਾਰਜ ਹੈ
ਔਰ ਮੈਨੂੰ ਇੱਕ ਗੱਲ ਦੱਸੋ, ਮੈਂ ਫੇਰ ਦੁਬਾਰਾ ਕਹਿਣਾ, ਤੁਸੀਂ ਆਪਣੇ ਪ੍ਰਧਾਨ ਜੀ ਨੂੰ ਕਹਿਣਾ, ਪ੍ਰਧਾਨ ਜੀ ਨੂੰ ਕਹੋ ਆਫੀਸ਼ੀਅਲੀ ਸਟੇਟਮੈਂਟ ਦੇ ਦੇਣ। ਮੇਰੀ ਗੱਲ ਲੈ ਲਓ, ਮੇਰੀ ਗੱਲ ਲੈ ਲਓ ਅਮਰਿੰਦਰ ਜੀ, ਤੁਸੀਂ ਹਾਂਜੀ, ਜੋ ਹਾਂ। ਕਹਿਣਾ ਤੁਸੀਂ ਬਾਅਦ ਚ ਕਹੋ। ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਹੈ, ਔਰ ਅਗਰ ਅਸੀਂ ਕਹਿੰਦੇ ਹਾਂ ਕਿ ਅਸੀਂ ਪੰਥਕ ਹਾਂ ਤਾਂ ਸਾਡੇ ਗੁਰੂਆਂ ਦਾ ਉਪਦੇਸ਼ ਹੈ, 4 ਵਰਨਾ ਕੋ ਉਪਦੇਸ਼, ਹਿੰਦੂ ਸਿੱਖ ਏਕਤਾ ਦੀ ਸਾਡੇ ਗੁਰੂ ਗੱਲ ਕਰਦੇ ਰਹੇ, ਤੇ ਤੁਸੀਂ ਅੱਜ ਇਹ ਗੱਲ ਨੂੰ ਕਹਿੰਦੇ ਹੋ ਕਿ ਇੱਕ ਸ਼ਰਮਾ ਤੁਹਾਡਾ ਪੋਲੀਟੀਕਲ ਪਾਰਟੀ ਦਾ ਮੋਹਾਲੀ ਦਾ ਇੰਚਾਰਜ ਹੈ, ਤੁਸੀਂ ਤਾਂ ਫਿਰ ਗੁਰੂ ਦੀ ਸਿੱਖਿਆ ਦੇ ਵੀ ਉਲਟ ਗੱਲ ਕਰ ਰਹੇ ਹੋ। ਮੈਂ ਤੁਹਾਨੂੰ ਕਹੂੰਗਾ, ਹੱਥ ਵੇੜ ਕੇ ਬੇਨਤੀ ਹੈ ਕਿ ਆਪਾਂ ਉਸ ਗੱਲ ਨਹੀਂ, ਤੁਸੀਂ ਕਰ ਰਹੇ ਹੋ, ਮੈਂ ਨਹੀਂ ਕਰ ਰਿਹਾ, ਤੁਸੀਂ ਕਰ ਰਹੇ ਹੋ। ਮੇਰੀ ਪੂਰੀ ਗੱਲ ਲੈ ਲਓ ਜੀ, ਤੁਸੀਂ ਸਤਿਕਾਰਯੋਗ ਹੋ ਜੋ ਮਰਜ਼ੀ ਕਿਉਂ। ਔਰ ਦੂਸਰੇ ਪਾਸੇ ਮੈਂ ਫੇਰ ਦੁਬਾਰਾ ਕਹਿਣਾ ਕਿ ਇਹ ਡੈਮੋਕ੍ਰੈਟਿਕ ਵੇ ਹੈ। ਸਹੋਤਾ ਸਾਹਿਬ ਕਹਿੰਦੇ ਕਿ ਤੁਸੀਂ ਫੇਲ ਹੋ ਗਏ, ਅਸੀਂ ਫੇਲ ਨਹੀਂ ਹੋਏ, ਅਸੀਂ ਤਾਂ ਬਹੁਤ ਸੁਨਹਿਰੀ ਅੱਖਰਾਂ ਨਾਲ ਪਾਸ ਹੋਏ ਹਾਂ। ਜਨਤਾ ਨੇ ਬਾਰ-ਬਾਰ ਸਾਨੂੰ ਸਿੱਖਾਂ ਨੇ ਸੇਵਾ ਦਿੱਤੀ ਹੈ, ਔਰ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਫੇਰ ਇਲੈਕਸ਼ਨ ਹੋਊਗੀ ਜਾਵਾਂਗੇ ਜੀ। ਇਹ ਡੈਮੋਕ੍ਰੇਸੀ ਹੈ। ਮੈਂ ਗੱਲ ਕਹਿਣਾ, ਡੈਮੋਕ੍ਰੇਸੀ ਹੈ, ਨਹੀਂ ਪਸੰਦ ਕਿ ਸਾਨੂੰ ਲੰਬੇ ਕਰ ਦੇਣਗੇ, ਅਸੀਂ ਹੋ ਜਾਾਂਗੇ। ਜੀ ਕਲੇਰ ਜੀ ਇੱਕ ਸਵਾਲ ਛੱਡੀਏ ਜੀ। ਕਲੇਰ ਸਾਹਿਬ ਇੱਕ ਸਵਾਲ ਰੁਕਵਾ ਕਿਉਂ ਰਹੇ ਹੋ ਇਲੈਕਸ਼ਨ? ਜਿਹੜਾ मैं अमरिंदर जी आ रहे हैं इलेक्शन इस मुद्दे पे आ रहे हो जी। आप इस मुद्दे पे आने में सवाल जड़ा है, पहले एक सवाल का जवाब कलेर जी तुहाडे तो लेना चाहना है। जो डॉक्टर सहोता ने कहा है, जो आप गल करते हैं विधिक संस्थावां दी ਜਿਹੜੀਆਂ ਪੰਥਕ ਤਰ੍ਹਾਂ ਦਾ ਕਈਆਂ ਦਾ ਜਿਹੜੀਆਂ ਵਿਰੋਧ ਵਿੱਚ ਖੜੀਆਂ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਵੱਖ-ਵੱਖ ਇਲਾਕਿਆਂ 'ਚ ਖੇਤਰਾਂ 'ਚ ਕੁਝ ਥਾਵਾਂ ਤੇ ਇਦਾਂ ਵੀ ਕਾਲਜ ਜਾਂ ਸਕੂਲ ਖੋਲੇ ਗਏ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਜਿੱਦਾਂ ਪੋਲੀਟੀਕਲ ਤੌਰ ਤੇ ਸਰਕਾਰਾਂ ਖੋਲਦੀਆਂ ਕਿ ਉਸ ਇਲਾਕੇ ਦਾ ਐਮਐਲਏ ਆ ਗਿਆ ਕਿ ਜੀ ਮੇਰੇ ਇਲਾਕੇ 'ਚ ਕੋਈ ਸਕੂਲ ਨਹੀਂ ਹੈ ਜਾਂ ਮੇਰੇ ਇਲਾਕੇ 'ਚ ਕੋਈ ਕਾਲਜ ਨਹੀਂ ਹੈ। ਜੇ ਐਮਐਲਏ ਦੇ ਤੌਰ ਤੇ ਜਾਂ ਪੋਲੀਟੀਕਲ ਤੌਰ ਤੇ ਉਸ ਇਲਾਕੇ 'ਚ ਕੋਈ ਕਾਲਜ ਨਹੀਂ ਖੁੱਲ ਸਕਿਆ, ਨਹੀਂ ਬਣਦਾ ਸੀ, ਤਾਂ ਸ਼੍ਰੋਮਣੀ ਕਮੇਟੀ ਤੋਂ ਉੱਥੇ ਕਾਲਜ ਖੁਲਵਾਇਆ ਗਿਆ ਜਾਂ ਸਕੂਲ ਖੁਲਵਾਇਆ ਗਿਆ। ਇਹ ਸਵਾਲ ਵੀ ਉੱਠਦੇ ਆ ਕਲੇਰ ਜੀ। ਮੈਂ ਜਗਤਾਰ ਜੀ ਫੇਰ ਦੁਬਾਰਾ ਕਹਿਣਾ ਕਿ ਜਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਨੇ ਉਹ ਬਿਲਕੁਲ ਸੋਚ ਸਮਝ ਕੇ ਸਮੇਂ ਦੀ ਲੋੜ ਦੇ ਮੁਤਾਬਕ ਹੀ ਖੋਲੇ ਗਏ ਨੇ। ਮੈਂ ਫੇਰ ਦੁਬਾਰਾ ਕਹਿਣਾ ਕਿ ਕੋਈ ਵੀ ਸੰਸਥਾ ਚੱਲਦੀ ਹੈ, ਸਭ ਤੋਂ ਵੱਡਾ ਦੁੱਖ ਉਦੋਂ ਮਨ ਨੂੰ ਲੱਗਦਾ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੁਕਤਾਚੀਨੀ ਕਰਨ ਵਾਲੇ ਕੁਝ ਐਸੇ ਚਿਹਰੇ ਜੋ ਖੁਦ ਆਪਣੀਆਂ, ਮੈਂ ਅੱਜ ਕਿਸੇ ਦਾ ਪਰਸਨਲ ਟਿੱਪਣੀ ਨਹੀਂ ਕਰਨਾ ਚਾਹੁੰਦਾ ਚੈਨਲ ਦੇ ਉੱਤੇ, ਔਰ ਅਮਰਿੰਦਰ ਜੀ ਬਖੂਬੀ ਜਾਣਦੇ ਨੇ ਕਿ ਅੱਜ ਕੱਲ੍ਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡੇ ਟਰਸਟ ਦਾ ਰੌਲਾ ਪੈ ਰਿਹਾ ਹੈ, ਜਿਹਦੇ ਤੇ ਇੱਕ ਸਿਆਸੀ ਪਰਿਵਾਰ ਕਾਬਜ਼ ਹੈ, ਜੋ ਕਿ ਸਿੱਧੇ ਤੌਰ ਤੇ ਉੱਥੇ ਟਰਸਟ ਦੇ ਮੈਂਬਰ ਨੇ ਔਰ ਅੰਮ੍ਰਿਤਧਾਰੀ ਵੀ ਨਹੀਂ, ਜੋ ਉੱਥੇ ਦਾ ਸੰਵਿਧਾਨ ਹੈ। ਸੋ ਉਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਔਰ ਸਾਡੇ ਇੱਕ ਭਾਈ ਸਾਹਿਬ ਨੇ, ਪੁਰਾਣੇ ਜਥੇਦਾਰ ਸਾਹਿਬ ਰਹੇ ਨੇ, ਉਹ ਵੀ ਇਕੱਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੁਕਤਾਚੀਨੀ ਕਰਦੇ ਨੇ। ਉਹਨਾਂ ਨੂੰ ਐਸੀਆਂ ਸੰਸਥਾਵਾਂ ਜਾਂ ਦਿੱਲੀ ਦੇ ਵਿੱਚ ਜਦੋਂ ਇੱਕ ਵੱਡੇ ਸਿਆਸੀ ਲੀਡਰ ਤੇ FIR ਹੋ ਜਾਂਦੀ ਹੈ, ਉਹਦੇ ਬਾਰੇ ਬਿਲਕੁਲ ਨਹੀਂ ਬੋਲਣਗੇ, ਕਿਉਂਕਿ ਉਹਨਾਂ ਦੀ ਆਪਣੀ ਧਿਰ ਹੈ, ਉਹ ਸਾਰੇ ਕਲੇਰ ਜੀ ਬਹੁਤ ਹੀ ਬਹੁਤ ਮੰਦਭਾਗੀ ਹੈ। ਕਲੇਰ ਜੀ ਬਹੁਤ ਮੰਦਭਾਗੀ ਹੈ। ਮੈਂ ਤੁਹਾਡੀ ਗੱਲ 'ਚ ਵਾਅਦਾ ਕਰਨਾ, ਪਲੀਜ਼ ਆਪਣੀ ਗੱਲ ਜ਼ਰੂਰ ਕਹੋ। ਤੁਸੀਂ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆ ਕਲੇਰ ਜੀ, ਮੈਂ ਕਿਸੇ ਇੱਕ ਧਿਰ ਦੀ ਗੱਲ ਨਹੀਂ ਕਰ ਰਿਹਾ, ਮੈਂ ਕਹਿ ਰਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਖਿਲਾਫ FIR ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ, ਔਰ ਇੱਕ ਪ੍ਰਧਾਨ ਦੇ ਖਿਲਾਫ ਨਹੀਂ ਹੈ, ਜਿਹੜੇ ਦੂਜੇ ਪ੍ਰਧਾਨ ਹੈ ਜਨਾਬ, ਉਹਨਾਂ ਦੇ ਖਿਲਾਫ ਵੀ FIR ਦਰਜ ਹੈ ਇਦਾਂ ਦੇ ਮੁੱਦਿਆਂ ਨੂੰ ਲੈ ਕੇ। ਸੋ ਇਹ ਤਾਂ ਆਪਣੇ ਆਪ ਬਹੁਤ ਵੱਡਾ ਸਿੱਖ ਪੰਥ ਦੇ ਲਈ ਹੈ ਇਹ ਭ੍ਰਿਸ਼ਟਾਚਾਰ ਦਾ ਮੁੱਦਾ। ਜਿਹੜੀ ਡਾਕਟਰ ਸਹੋਤਾ ਨੇ ਗੱਲ ਕਹੀ ਹੈ ਕਿ ਗੁਰੂ ਦੀਆਂ ਗੋਲਕਾਂ ਕਿਉਂ ਲੁੱਟੀਆਂ ਜਾ ਰਹੀਆਂ, ਦਿੱਲੀ ਦੇ 2 ਪ੍ਰਧਾਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਲੈ ਕੇ ਵੱਖਰੇ ਤੌਰ ਤੇ FIR ਇੱਕ ਦੇ ਖਿਲਾਫ ਹੁੰਦੀ ਹੈ ਤਾਂ ਕਲੇਰ ਜੀ ਦੂਜਾ ਜਿਹੜਾ ਮੀਡੀਆ 'ਚ ਜਾ ਕੇ ਬੋਲਦਾ ਹੈ, ਦੂਜੇ ਦੇ ਖਿਲਾਫ ਹੁੰਦੀ ਹੈ ਤਾਂ ਪਹਿਲਾ ਮੀਡੀਆ 'ਚ ਜਾ ਕੇ ਬੋਲਦਾ ਹੈ। ਕੌਣ ਦੁੱਧ ਧੋਤੇ ਇਹਦਾ ਫੈਸਲਾ ਕੌਣ ਕਰੇਗਾ ਕਲੇਰ ਜੀ, ਜਦੋਂ ਡਾਕਟਰ ਸਹੋਤਾ ਨੇ ਵਿਦਵਾਨ ਇਹ ਕਹਿੰਦੇ ਕਿ ਗੋਲਕਾਂ ਲੁੱਟੀਆਂ ਜਾ ਰਹੀਆਂ ਜੀ। ਜਗਤਾਰ ਜੀ ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ ਦੋਹਰੇ ਮਾਪਦੰਡ ਛੱਡਣ, ਸਿੱਖ ਵੀ ਦੋਹਰੇ ਮਾਪਦੰਡ ਛੱਡਣ, ਜਿਹੜਾ ਕਸੂਰਵਾਰ ਆ ਉਹ ਤੇ ਉਂਗਲੀ ਕਰੋ, ਆਪਣੀ ਸੰਸਥਾਵਾਂ ਨੂੰ ਢਾਹ ਨਾ ਲਾਓ। ਇਹ ਸੰਸਥਾਵਾਂ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈਆਂ ਨੇ। ਸੋ ਜਦੋਂ ਆਪਾਂ ਸੰਸਥਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਸੰਸਥਾਵਾਂ ਨੂੰ ਢਾਹ ਲੱਗ ਰਹੀ ਹੈ। ਮੈਂ ਕਹਿੰਦਾ ਕਿ ਅਗਰ ਕੋਈ ਗਲਤ ਕੰਮ ਕਰਦਾ ਉਹਨੂੰ ਪਬਲਿਕ ਦੇ ਵਿੱਚ ਨੰਗਿਆ ਕਰੋ, ਪਰ ਸੰਸਥਾਵਾਂ ਨੂੰ ਗੁਰੂ ਦੀਆਂ ਜਿਹੜੀਆਂ ਬਖਸ਼ੇ ਤਖਤ ਨੇ ਉਹਨਾਂ ਨੂੰ ਢਾਹ ਨਾ ਲਓ। ਜੀ ਤੁਹਾਡੀ ਗੱਲ ਆ ਗਈ। ਅਮਰਿੰਦਰ ਜੀ ਦਿਓਗੇ ਜਵਾਬ ਇਸ ਗੱਲ ਦਾ ਕਿ ਆਪਾਂ ਸੰਸਥਾਵਾਂ ਨੂੰ ਢਾਹ ਲਾ ਰਹੇ ਹਾਂ, ਵਿਅਕਤੀ ਵਿਸ਼ੇਸ਼ ਹੋਰ ਵੀ ਹੈ ਜਿਨ੍ਹਾਂ ਦੇ ਦੋਸ਼ ਲੱਗ ਰਹੇ ਆ, ਉਹਨਾਂ ਦਾ ਕਹਿਣਾ। ਮੈਂ ਬਿਲਕੁਲ ਇਹ ਕਹਿ ਰਿਹਾ ਕਿ परसेप्शन ਦਾ डिफरेंस ऑफ परसेप्शन है। ਢਾਹ ਤਾਂ ਇਹ ਖੁਦ ਲਾ ਰਹੇ ਆ। ਮੈਂ ਤਾਂ ਕਹਿ ਰਿਹਾ ਕਿ NK ਸ਼ਰਮਾ ਨੂੰ ਇੰਚਾਰਜ ਬਣਾਇਆ GPC ਇਲੈਕਸ਼ਨ ਦਾ, ਤੇ ਢਾਹ ਕੌਣ ਲਾ ਰਿਹਾ? ਬਿਲਕੁਲ ਗਲਤ। ਜਦੋਂ ਮੈਂ ਇਸ ਗੱਲ ਨੂੰ ਸਿਰੇ ਤੋਂ ਖੰਡਨ ਕਰਦਾ ਜੀ ਕਿ ਤੁਸੀਂ ਕਰ ਲਓ ਖੰਡਨ, ਪਰ ਮੈਂ ਇਸ ਨੂੰ ਦੁਬਾਰਾ ਰਿਪੀਟ ਕਰ ਰਿਹਾ। ਕਮੇਟੀ ਨਾਲ ਦੂਰ ਦਾ ਲੈਣਾ ਦੇਣਾ ਨਹੀਂ, ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ। ਮੈਂ ਇਸ ਨੂੰ ਦੁਬਾਰਾ ਰਿਪੀਟ ਕਰ ਰਿਹਾ ਕਿ NK ਸ਼ਰਮਾ ਨੂੰ SGPC ਇਲੈਕਸ਼ਨ ਦਾ ਇੰਚਾਰਜ ਬਣਾਇਆ ਗਿਆ ਮੋਹਾਲੀ ਜ਼ਿਲ੍ਹੇ ਦਾ। ਮੈਂ ਇਸ ਨੂੰ ਦੁਬਾਰਾ ਰਿਪੀਟ ਕਰ ਰਿਹਾ, ਇਸ ਨੂੰ ਮੈਂ ਬਿਲਕੁਲ ਬੈਕ ਆਊਟ ਨਹੀਂ ਹੋ ਰਿਹਾ
ਤੇ ਢਾਹ ਕੌਣ ਲਾ ਰਿਹਾ ਹੈ? ਢਾਹ ਤਾਂ ਸਾਹਮਣੇ ਦਿਖ ਰਿਹਾ ਹੈ। ਤੇ ਜਿਸ ਤਰੀਕੇ ਦੇ ਨਾਲ ਅੰਨੇਵਾਹ ਸਕੂਲ ਖੋਲੇ ਗਏ ਤੇ ਵਿਮਸ ਐਂਡ ਫੈਂਸੀਜ਼ ਤੇ ਸਕੂਲ ਖੋਲੇ ਗਏ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਐਮਐਲਏਆਂ ਦੇ ਕਹੇ ਤੋਂ ਕਿ ਮੇਰੇ ਹਲਕੇ ਦੇ ਵਿੱਚ ਨਹੀਂ ਹੈ, ਫਿਰ ਉਸ ਤੋਂ ਇਲਾਵਾ ਉਹਨਾਂ ਦੀ ਬਿਲਡਿੰਗ ਦੇ ਠੇਕੇ ਦਿੱਤੇ ਗਏ, ਬਿਲਡਿੰਗਾਂ ਨੂੰ ਕੰਸਟਰਕਟ ਕਰਨ ਲਈ ਜਿਹੜੇ ਠੇਕੇ ਦਿੱਤੇ ਗਏ ਉਹਦੇ ਵਿੱਚ ਜਿਹੜੇ ਕਫਲੇ ਕੀਤੇ ਗਏ ਉਹ ਸਭ ਦੇ ਸਾਹਮਣੇ ਹੈ। ਤੇ ਅੱਜ ਹਾਲਾਤ ਇਹ ਹੈ ਕਿ 90% ਮੁਲਾਜ਼ਮਾਂ ਨੂੰ 6-6 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ, ਉਹ ਵਿਚਾਰੇ ਤਨਖਾਹ ਤੋਂ ਕੰਮ ਕਰ ਰਹੇ हैं। ये सब कुछ पब्लिक डोमेन ਚ ਹੈ। थैंक यू अमरिंदर जी। डॉक्टर सोहता इंतजार कर रहे। डॉक्टर सोहता जी सिद्धू साहब, मैं एक इत्थे गल करनी चाਹੁੰਦੀ ਹਾਂ कि सियासत ਦੀਆਂ ਕੀਤੀਆਂ ਗਲਤੀਆਂ ਸਿਆਸਤ ਨਾਲ ਠੀਕ ਨਹੀਂ ਹੋ ਸਕਦੀਆਂ। ਜਿਹੜੇ ਇਸ ਵੇਲੇ ਕਾਬਜ ਨੇ ਉਸ ਸਿੱਖੀ ਦੀ ਜਿਹੜਾ ਹੈਗਾ ਸੰਸਥਾ ਦੇ ਉੱਪਰ, ਉਹ ਦੇਖਣ ਨੂੰ ਬਾਹਰੀ ਦਿੱਖ ਤੋਂ ਸਿੱਖ ਨੇ ਲੇਕਿਨ ਅੰਦਰੋਂ ਨਹੀਂ। ਇਹਦੇ ਵਿੱਚ ਕੋਈ ਕਹਿਣ ਵਿੱਚ ਮੈਨੂੰ ਕੋਈ ਗੁਰੇਜ਼ ਨਹੀਂ ਹੈਗਾ। ਦੂਸਰੀ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਇਸ ਮੰਚ ਤੋਂ ਕਿ ਸਿੱਖ ਸੁਤੰਤਰ ਹੈ। ਸਿੱਖ ਕੇਵਲ ਗੁਰੂ ਦੇ ਅਧੀਨ ਹੈ, ਕਿਸੇ ਵਿਅਕਤੀ ਦੇ ਅਧੀਨ ਨਹੀਂ ਹੈਗਾ। ਇਸ ਕਰਕੇ ਤੁਸੀਂ ਜਿਹੜਾ ਹੈਗਾ, ਮੈਂ ਜਿਹੜਾ ਹੈਗਾ ਕਿ ਚੁਣੇ ਹੋਏ ਸਾਡੇ ਯੰਗ ਵੀਰ ਨੇ, ਮੈਨੂੰ ਬੜਾ ਅੱਛਾ ਲੱਗਦਾ ਕਿ ਪਾਰਟਿਸਿਪੇਟ ਬਹੁਤ ਸੋਹਣਾ ਕਰਦੇ ਨੇ। ਲੇਕਿਨ ਇਹ ਹੈ ਕਿ ਜਿਹੜੇ ਚੁਣੇ ਹੋਏ ਮਹੰਤਾਂ ਨੂੰ ਲਾਉਣ ਦਾ ਵੀ ਤਰੀਕਾ ਸਿੱਖਾਂ ਕੋਲ ਹੈਗਾ। ਇਸ ਵੇਲੇ ਅੱਜ ਸਾਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਇਹਦੇ ਵਿੱਚ ਇੰਨੇ ਸੁਧਾਰ ਦੀ ਲੋੜ ਹੈ ਕਿ ਚੁਣੇ ਹੋਏ ਮਹੰਤ ਇਸ ਵੇਲੇ ਸਿੱਧੂ ਸਾਹਿਬ ਇੱਕ ਗੁਰਦੁਆਰਾ ਸੁਧਾਰ ਲਹਿਰ ਨੰਬਰ 2 ਦੀ ਜ਼ਰੂਰਤ ਹੈਗੀ ਹੈ। ਜਿਸ ਟਾਈਮ ਤੇ ਗੁਰਦੁਆਰਾ ਸੁਧਾਰ ਲਹਿਰ ਆਈ ਸੀ, ਜੋ ਸਾਡਾ ਇਤਿਹਾਸ ਗਵਾਹ ਹੈ, ਇਸ ਵੇਲੇ ਇੰਨਾ ਨਿਗਾਰ ਆ ਚੁੱਕਿਆ ਹੈ। ਜਿੱਥੋਂ ਤੱਕ ਇੰਸਟੀਟਿਊਸ਼ਨ ਦਾ ਸਵਾਲ ਹੈ, ਵਿਦਆਊਟ ਕਿੰਨੇ ਇੰਸਟੀਟਿਊਸ਼ਨ ਸਿੱਧੂ ਸਾਹਿਬ ਬਣਾਏ ਗਏ ਨੇ ਜਿੱਥੇ ਕੋਈ ਵਿਦਿਆਰਥੀ ਨਹੀਂ ਹੈਗਾ। ਅਗਰ ਤੁਸੀਂ ਸਰਵੇ ਕਰਨਾ ਤੇ ਕਰਾ ਲਓ, ਮੈਂ ਤੁਹਾਨੂੰ ਆਈਡੀਆ ਦੇ ਦਿੰਨੀ ਆ। ਉੱਥੇ ਬਿਲਡਿੰਗਾਂ ਬਣ ਗਈਆਂ, ਉੱਥੇ ਸਟੂਡੈਂਟ ਨਹੀਂ ਹੈ ਕਿਉਂਕਿ ਉੱਥੇ 2 ਕਿਲੋਮੀਟਰ ਤੇ ਇੱਕ ਪਹਿਲਾ ਇੰਸਟੀਟਿਊਸ਼ਨ ਚੱਲ ਰਿਹਾ ਹੈ। ਉੱਥੋਂ ਦੇ ਪ੍ਰਿੰਸੀਪਲਸ ਨੇ ਦੁਹਾਈਆਂ ਪਾਈਆਂ ਕਿ ਮਤ ਬਣਾਓ, ਸਾਡਾ ਕਾਲਜ ਬੰਦ ਹੋ ਜਾਣਾ। ਪਰ ਕਿਉਂਕਿ ਕਿਸੇ ਦੇ ਇੰਪ੍ਰੈਸ਼ਨ ਨੀਚੇ ਉੱਥੇ ਕਈ ਕਰੋੜ ਰੁਪਇਆ ਲਾ ਕੇ, ਕਿਉਂਕਿ ਗੁਰੂ ਦੀ ਗੋਲਕ ਦਾ ਪੈਸਾ ਹੈਗਾ, ਲੁੱਟ ਦਾ ਇਹ ਕਾਰਨ ਹੈ। ਅਸੀਂ ਕੋਈ ਉੱਥੇ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ। ਮੈਂ ਆਖਰੀ ਕਮੈਂਟ ਜਿਹੜੇ ਜੀ ਕਲੇਰ ਜੀ ਡਾਕਟਰ ਸੋਹਤਾ ਨੇ ਇੱਕ ਜਨਰਲ ਗੱਲ ਕੀਤੀ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੀ ਜ਼ਰੂਰਤ ਹੈ। ਸਹਿਮਤ ਹੋ ਇਸ ਗੱਲ ਦੇ ਨਾਲ? ਕਿਉਂਕਿ ਅੱਜ ਜਦੋਂ ਮੈਂ ਸੁਖਬੀਰ ਬਾਦਲ ਉਹਨਾਂ ਦੇ ਭਾਸ਼ਣ ਨੂੰ ਸੁਣ ਰਿਹਾ ਸੀ ਤਾਂ ਉਹਨਾਂ ਨੇ ਵੀ ਕਿਹਾ ਕਿ ਕਮੀਆਂ ਘਾਟਾਂ ਆ ਸਕਦੀਆਂ, ਉਹ ਘਾਟਾਂ ਦੂਰ ਕਰਨ ਦੀ ਜ਼ਰੂਰਤ ਹੈ। ਕਲੀਅਰ ਜੀ। ਜਗਤਾਰ ਜੀ, ਮੈਨੂੰ ਪ੍ਰੋਫੈਸਰ ਸਾਹਿਬ ਦੀ ਇੱਕ ਗੱਲ ਬੜੀ ਵਧੀਆ ਲੱਗੀ ਜੋ ਇਹਨਾਂ ਨੇ ਕਹੀ ਕਿ ਸਿੱਖ ਸੁਤੰਤਰ ਹੈ, ਉਹ ਕਿਸੇ ਦੇ ਅਧੀਨ ਨਹੀਂ। ਇਹ ਬਿਲਕੁਲ ਸਹੀ ਗੱਲ ਹੈ। ਔਰ ਮੈਂ ਫਿਰ ਦੁਬਾਰਾ ਇਹ ਗੱਲ ਕਹਿਣਾ ਕਿ ਗੁਰਦੁਆਰਾ ਚੋਣਾਂ ਅਗਲੇ ਸਾਲ ਆ ਜਾਣ, ਗੁਰਦੁਆਰਾ ਚੋਣਾਂ ਹੁਣ ਆ ਜਾਣ, ਸਿੱਖਾਂ ਨੇ ਵੋਟਾਂ ਪਾਉਣੀਆਂ ਨੇ, ਮੈਦਾਨ ਸਭ ਲਈ ਖੁੱਲਾ। ਹਰ ਇੱਕ ਪਾਰਟੀ ਆਵੇ, ਲੋਕਾਂ ਦੇ ਵਿੱਚ ਆਪਣਾ ਪ੍ਰੋਗਰਾਮ ਰੱਖੇ ਔਰ ਵਿਨਮਰਤਾ ਦੇ ਨਾਲ ਪ੍ਰਚਾਰ ਕਰੇ। ਸਿੱਖ ਜਿਹਨੂੰ ਚੰਗਾ ਸਮਝਣਗੇ, ਜਿਹਨੂੰ ਸੇਵਾ ਸੰਭਾਲ ਦੇਣੀ ਹੋਊਗੀ ਦੇਣਗੇ ਔਰ ਉਹ ਸਾਰਿਆਂ ਨੂੰ ਮਨਜ਼ੂਰ ਹੋਊਗੀ। ਜੀ ਥੈਂਕ ਯੂ ਅਮਰਿੰਦਰ ਜੀ। ਕਲੇਰ ਜੀ ਦਾ ਕਹਿਣਾ ਕਿ ਸਿੱਖ ਸੁਤੰਤਰ ਹੈ, ਜਿਹਨੂੰ ਮਰਜ਼ੀ ਸੇਵਾ ਦੇਣੀ ਚਾਹਣਗੇ ਦੇਣਗੇ। ਕੀ ਕਹੋਗੇ? 2 ਲਾਈਨਾਂ ਦਾ ਕਮੈਂਟਸ ਮੈਂ ਤੁਹਾਡੇ ਵੀ ਲੈਣਾ ਚਾਹਾਂਗਾ। ਮੈਂ 2 ਲਾਈਨਾਂ 'ਚ ਇਹੀ ਕਮੈਂਟ ਕਰਨਾ ਚਾਹਾਂਗਾ ਕਿ ਇਹ ਆਪਣੀ ਪਾਰਟੀ ਨੂੰ ਕਹਿਣ ਤੇ ਐਸਜੀਪੀਸੀ ਨੂੰ ਕਹਿਣ ਕਿ ਉਹ ਮੰਗ ਕਰੇ ਕਿ ਚੋਣਾਂ ਕਰਾਵੇ ਸਰਕਾਰ, ਤੇ ਉਸ ਤੋਂ ਬਾਅਦ ਜਿਹੜਾ ਸੰਗਤ ਜਿਹੜੀ ਆ ਡਿਸਾਈਡ ਕਰੇਗੀ। ਲੇਕਿਨ ਇਹ ਮੰਗ ਤਾਂ ਕਰਨੇ, ਅੱਜ ਤੱਕ ਮੰਗ ਹੀ ਨਹੀਂ ਕਰ ਰਹੇ। ਓਕੇ, ਵੱਡੀ ਗੱਲ ਹੈ, ਵੱਡੀ ਗੱਲ ਹੈ। ਜੀ ਸਮਾਂ ਨਹੀਂ ਹੈ ਮੇਰੇ ਕੋਲੇ। ਕਲੀਅਰ ਜੀ, ਚਾਹੇ 2 ਸੈਕਿੰਡ 'ਚ ਗੱਲ ਕਹੋ। ਕਹਿੰਦੇ ਕਿ ਮੰਗ ਕਰੋਗੇ ਇਸ ਗੱਲ ਦੀ ਕਿ ਇਲੈਕਸ਼ਨਾਂ ਕਰਾਈਆਂ ਜਾਣ? ਮੈਂ ਜਗਤਾਰ ਜੀ ਤੁਹਾਡੇ ਚੈਨਲ ਦੇ ਉੱਤੇ ਕਹਿਣਾ ਕਿ ਸਭ ਤੋਂ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਸੀ, ਜਿਨ੍ਹਾਂ ਨੇ ਗੁਰਦੁਆਰਾ ਚੋਣਾਂ ਕਮਿਸ਼ਨਰ ਦੀ ਨਿਯੁਕਤੀ ਦਾ ਸਵਾਗਤ ਕੀਤਾ ਸੀ। ਅਸੀਂ ਸਵਾਗਤ ਕਰਦੇ ਹਾਂ ਕਿ ਅਗਰ ਗੁਰਦੁਆਰਾ ਚੋਣਾਂ ਕਮਿਸ਼ਨਰ ਦੀ ਨਿਯੁਕਤੀ ਹੋਈ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਔਰ ਜਿਹੜੀ ਡਿਊ ਪ੍ਰੋਸੈਸ ਆਫ ਲਾਅ ਦੇ ਵਿੱਚ ਇਲੈਕਸ਼ਨ ਹੋਊਗੀ, ਉਹਦਾ ਵੀ ਸਵਾਗਤ ਹੈ। ਥੈਂਕ ਯੂ ਵੈਰੀ ਮਚ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ, ਕਲੇਰ ਜੀ, ਅਮਰਿੰਦਰ ਜੀ, ਡਾਕਟਰ ਸੋਹਤਾ, ਉਹਨਾਂ ਦਾ ਧੰਨਵਾਦੀ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਬਹੁਤ ਵੱਡਾ ਸ਼ਾਨਾ ਮਤਾ ਇਤਿਹਾਸ ਹੈ। ਇਹ ਜ਼ਰੂਰ ਹੈ ਸਾਡੇ ਤਿੰਨੇ ਜਿਹੜੇ ਵਿਦਵਾਨ ਕਹਿ ਲਈਏ, ਬੁਲਾਰੇ ਕਹਿ ਲਈਏ, ਇਸ ਗੱਲ ਤੇ ਸਹਿਮਤ ਹੋਣਗੇ ਵਖਰੇਵਿਆਂ ਦੇ ਬਾਵਜੂਦ ਕਿ ਐਡੀ ਵੱਡੀ ਸੰਸਥਾ ਜਿਹੜੀਆਂ ਘਾਟਾਂ ਆਈਆਂ, ਉਹ ਘਾਟਾਂ ਨੂੰ ਦੂਰ ਕਰਨਾ ਵੀ ਸਮੇਂ ਦੀ ਮੰਗ ਹੈ। ਫੈਸਲਾ ਕੌਣ ਕਰੇਗਾ? ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਸਿੱਖ ਭਾਈਚਾਰੇ ਦੇ ਛੱਡਿਆ ਜਾ ਰਿਹਾ ਹੈ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੈਂ ਮੁੜ ਕੇ ਤਿੰਨਾਂ ਮਹਿਮਾਨਾਂ ਦਾ ਧੰਨਵਾਦੀ ਹਾਂ। ਇਸ ਦੇ ਨਾਲ ਹੀ ਮੈਂ ਵੀ ਤੁਹਾਡੇ ਕੋਲ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।